वाहिगुरु जी। सतनाम श्री वाहिगुरु। धन धन साहिब श्री गुरु ग्रंथ साहिब जी महाराज। तू ठाकुरो बैरागरो मैं जेही कण चेरी राम। तू सागरो रतनागरो हाँ सार न जाना तेरी राम। सार न जाना तू वटदाना कर मेहरा मत साई। कृपा कीजै सा मत दीजै। आठ पहर तुद ध्याई हर की गत नह को जानै। जोगी जति तपी पचहारे और बहु लोग से आने रहाओ। छिन में राओ रंक कौ करई। राओ रंक कर डारे रीते भरे भरे सखनावै। जहता को व्यवहारे हस तो जाए सो रोवत आवे। रोवत जाए सो हसै। बस तो होए सो उजर। उजर होए सो बसै। फरीदा महल न सखण रह गए। वासा आया तल गोरा से निमाणिया। बहसन रूहा मल आखी सेखा बंदगी। चलन अज के कल रोंदे हसदे ते हसदियां नू रोवण ला देवे। एही तेरे चोज मालका। रोंदे हसदे ते हसदियां नू रोवण ला देवे। एही तेरे चोज वाहिगुरु। रोंदे हसदे ते हसदियां नू रोवण ला देवे। तेरे चोज वाहिगुरु। रोंदे हसदे ते हसदियां नू रोवण ला देवे। एही तेरे चोज वाहिगुरु। रोंदे हसदे ते हसदियां नू रोवण ला देवे। एही तेरे चोज वाहिगुरु। रोंदे हसदे ते हसदियां नू रोवण ला देवे। एही तेरे चोज वाहिगुरु। रोंदे हसदे ते हसदियां नू रोवण हसदियां नू रोवण ला देवे। एही तेरे चोज मालका। रोंदे हसदे ते हसदियां नू रोवण ला देवे। एही तेरे चोज मालका। रोंदे हसदे ते हसदियां नू रोवण ला देवे। एही तेरे चोज मालका। रोंदे हसदे ते हसदियां नू रोवण ला देवे। एही तेरे चोज वाहिगुरु। रोंदे हसदे ते हसदियां नू रोवण ला देवे। एही
ਹੱਸਦੇ ਤੇ ਹੱਸਦਿਆਂ ਨੂੰ ਰੋਵਣ, ਹੱਸਦਿਆਂ ਨੂੰ ਰੋਵਣ ਲਾ ਦੇਵੇਂ। ਇਹੀ ਤੇਰੇ ਚੋਜ ਮਾਲਕਾ, ਰੋਂਦੇ ਹੱਸਦੇ ਤੇ ਹੱਸਦਿਆਂ ਨੂੰ ਰੋਵਣ ਲਾ ਦੇਵੇਂ। ਇਹੀ ਤੇਰੇ ਚੋਜ ਵਾਹਿਗੁਰੂ, ਰੋਂਦੇ ਹੱਸਦੇ ਤੇ ਹੱਸਦਿਆਂ ਨੂੰ ਰੋਵਣ ਲਾ ਦੇਵੇਂ। ਇਹੀ ਤੇਰੇ ਚੋਜ ਵਾਹਿਗੁਰੂ, ਰੋਂਦੇ ਹੱਸਦੇ ਤੇ ਹੱਸਦਿਆਂ ਨੂੰ ਰੋਵਣ ਲਾ ਦੇਵੇਂ। ਇਹੀ ਤੇਰੇ ਚੋਜ ਵਾਹਿਗੁਰੂ, ਰੋਂਦੇ ਹੱਸਦੇ ਤੇ ਹੱਸਦਿਆਂ ਨੂੰ ਰੋਵਣ ਲਾ ਦੇਵੇਂ। ਇਹੀ ਤੇਰੇ ਚੋਜ ਵਾਹਿਗੁਰੂ, ਰੋਂਦੇ ਹੱਸਦੇ ਤੇ ਹੱਸਦਿਆਂ ਨੂੰ ਰੋਵਣ ਲਾ ਦੇਵੇਂ। ਇਹੀ ਤੇਰੇ ਚੋਜ ਵਾਹਿਗੁਰੂ। ਦੀਨ ਦੁਨੀਆ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬਹੁਤ ਹੀ ਸਤਿਕਾਰਯੋਗ, ਬਹੁਤ ਹੀ ਪਿਆਰ ਵਾਲੇ ਮਾਤਾ ਅਜਮੇਰ ਕੌਰ ਜੀ, ਜੋ ਪਿਛਲੇ ਦਿਨਾਂ ਦੇ ਵਿੱਚ ਵਾਹਿਗੁਰੂ ਜੀ ਦੇ ਦਰੋਂ ਘਰੋਂ ਜਿਤਨੀ ਸਵਾਸਾਂ ਦੀ ਪੂੰਜੀ ਪ੍ਰਾਪਤ ਹੋਈ ਸੀ, ਮਾਤਲੋਕ ਦੀ ਯਾਤਰਾ ਪੂਰੀ ਕਰਦੇ ਹੋਏ ਆਪਣੇ ਸਾਰੇ ਥਿੰਦ ਪਰਿਵਾਰ ਨੂੰ, ਨਗਰ ਦੀ ਸੰਗਤ, ਰਿਸ਼ਤੇਦਾਰ, ਧੀਆਂ ਪੁੱਤਰਾਂ ਨੂੰ ਸਰੀਰ ਕਰਕੇ ਸਦੀਵ ਕਾਲ ਦਾ ਵਿਛੋੜਾ ਦੇ ਗਏ। ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪਰਿਵਾਰ ਦੇ ਨਾਲ ਦੁੱਖ ਵੰਡਾਉਣ ਵਾਸਤੇ ਦੀਨ ਦੁਨੀਆ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਗੁਰਮਤਿ ਵਿਚਾਰਾਂ, ਗੁਰ ਇਤਿਹਾਸ ਵਿਚਾਰਾਂ, ਗੁਰ ਸ਼ਬਦ ਵਿਚਾਰਾਂ ਸਰਵਣ ਕਰਨ ਵਾਸਤੇ ਪਹੁੰਚੇ ਅਤੇ ਪਹੁੰਚ ਰਹੇ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤਸੰਗੀ ਜਨੋ, ਸਭ ਤੋਂ ਪਹਿਲਾਂ ਪਾਤਸ਼ਾਹ ਦੇ ਕਥਨ ਅਨੁਸਾਰ ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉ ਕੀਜੈ, ਗੁਰਮੁਖ ਹੋਏ ਸੋ ਭਾਣਾ ਮੰਨੇ, ਸਹਿਜੇ ਹਰ ਰਸ ਪੀਜੈ। ਅਕਾਲ ਪੁਰਖ ਦੇ ਭਾਣੇ ਅਨੁਸਾਰ, ਹੁਕਮ ਅਨੁਸਾਰ ਮਨ ਕਰਕੇ ਹਾਜ਼ਰ ਹੋਈਏ। ਸਰਬੱਤ ਸੰਗਤ ਮਾਈ ਭਾਈ ਗੁਰੂ ਜੀ ਦੇ ਦਰਬਾਰ ਵਿੱਚ ਸੱਜ ਬੈਠੇ। ਦਰਬਾਰ ਸਾਹਿਬ ਤੋਂ ਬਾਹਰ ਸੇਵਾ ਨਿਭਾ ਰਹੀਆਂ ਗੁਰੂ ਕੀਆਂ ਸੰਗਤਾਂ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿੱਥੇ ਸੰਸਾਰ ਨੂੰ ਸਾਜਿਆ ਹੈ, ਸ੍ਰਿਸ਼ਟੀ ਨੂੰ ਸਾਜਿਆ ਹੈ, ਉੱਥੇ ਇਹ ਵਿਧਾਨ ਹੈ, ਇਹ ਕਾਨੂੰਨ ਹੈ, ਇਹ ਮਰਜ਼ਾਦਾ ਹੈ, ਜੋ ਜਨਮੈ ਤਿਸ ਸਰ ਪਰ ਮਰਨਾ। ਜਿਸ ਦਾ ਜਨਮ ਹੋ ਗਿਆ, ਸਰ ਪਰ ਦਾ ਅਰਥ ਹੁੰਦਾ ਪੱਕਾ, ਲਾਜ਼ਮੀ। ਜਿਸ ਦਾ ਜਨਮ ਹੋ ਗਿਆ ਉਹਨੂੰ ਲਾਜ਼ਮੀ ਇੱਕ ਦਿਨ ਮੌਤ ਆਵੇਗੀ। ਇਹ ਅਟੱਲ ਸਚਾਈ ਹੈ, ਉਹ ਮੌਤ ਤੋਂ ਨਹੀਂ ਬਚ ਸਕਦਾ। ਬਿਲਕੁਲ ਉਵੇਂ ਸਮਝਾਉਣਾ ਕੀਤਾ ਮਹਾਰਾਜ ਨੇ, ਜੈਸੇ ਕਿਰਸਾਨ ਬੋਵੈ ਕਿਰਸਾਨੀ। ਜਿਸ ਤਰ੍ਹਾਂ ਜ਼ਿਮੀਂਦਾਰ ਫਸਲ ਬੀਜਦਾ, ਹੁਣ ਜਿਹੜੇ ਜ਼ਿਮੀਂਦਾਰ ਨੇ ਫਸਲ ਹੀ ਨਹੀਂ ਬੀਜੀ, ਉਹਨੇ ਵੱਢਣੀ ਵੀ ਕੀ ਹੈ, ਕਿਉਂਕਿ ਉਹਨੇ ਬੀਜੀ ਉਹ ਨਹੀਂ, ਫਸਲ ਬੀਜੀ ਨਹੀਂ ਤੇ ਉਹ ਜੰਮੀ ਨਹੀਂ, ਜਨਮ ਨਹੀਂ ਹੋਇਆ ਫਸਲ ਦਾ, ਉਹਨੇ ਵੱਢਣੀ ਵੀ ਨਹੀਂ। ਤੇ ਜਿਸ ਨੇ ਫਸਲ ਬੀਜ ਦਿੱਤੀ ਉਹ ਪੈਦਾ ਹੋ ਗਈ, ਉਪਜ ਹੋ ਗਈ, ਉਹਦੀ ਜੰਮ ਆਈ ਫਸਲ। ਬੀਜ ਜਿਹੜਾ ਬੀਜਿਆ ਸੀ ਉਹ ਜੰਮ ਆਇਆ, ਭਾਵੇਂ ਉਹ ਸਾਡਾ ਝੋਨਾ ਹੈ, ਭਾਵੇਂ ਨਰਮਾ ਹੈ, ਭਾਵੇਂ ਕਣਕ ਹੈ, ਭਾਵੇਂ ਪੱਠੇ ਨੇ, ਉਹ ਜੰਮ ਆਈ। ਫਿਰ ਮਹਾਰਾਜ ਜੀ ਕਹਿੰਦੇ ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾੜ ਪ੍ਰਾਨੀ। ਉਹ ਭਾਵੇਂ ਕੱਚੀ ਵੱਢ ਲਵੇ, ਭਾਵੇਂ ਪੱਕੀ ਵੱਢ ਲਵੇ, ਉਹ ਆਪਣੇ ਖੇਤ ਦਾ ਜਿਹੜਾ ਮਾਲਕ ਹੁੰਦਾ ਉਹਦੀ ਮਰਜ਼ੀ ਹੈ। ਕੱਚੀ ਵੱਢਣੀ ਹੈ ਕਿ ਪੱਕੀ ਵੱਢਣੀ ਹੈ, ਉਹ ਆਪਣੇ ਹਿਸਾਬ ਨਾਲ ਵੱਢਦਾ ਹੈ, ਪਰ ਉਹ ਛੱਡਦਾ ਨਹੀਂ ਹੈ ਆਪਣੀ ਫਸਲ ਨੂੰ ਕਿਸਾਨ, ਕਿਉਂਕਿ ਉਹਨੇ ਬੀਜੀ ਹੈ, ਫਿਰ ਉਹਨੇ ਵੱਢਣੀ ਵੀ ਹੈ। ਉਹਨੇ ਆਪਦੇ ਹਿਸਾਬ ਨਾਲ ਵੱਢਣੀ ਹੈ, ਨਾ ਕਿ ਉਹਨੇ ਫਸਲ ਨੂੰ ਪੁੱਛਣਾ ਵੀ ਤੈਨੂੰ ਵੱਢਾਂ ਕਿ ਨਾ ਵੱਢਾਂ। ਕਦੇ ਆਪਾਂ ਕਿਸਾਨ ਆ, ਕਦੇ ਫਸਲ ਨੂੰ ਆਪਾਂ ਪੁੱਛਿਆ। ਬਿਲਕੁਲ ਉਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਜਿਹੜਾ ਸੰਸਾਰ ਹੈ ਵਾਹਿਗੁਰੂ ਦੀ ਫਸਲ ਹੈ, ਬਗੀਚਾ ਹੈ ਵਾਹਿਗੁਰੂ ਦਾ। ਇਹ ਸੰਸਾਰ ਵਾਹਿਗੁਰੂ ਦਾ ਬਗੀਚਾ ਹੈ।
ਇਹ ਬਗੀਚੇ ਦੇ ਵਿੱਚੋਂ ਵਾਹਿਗੁਰੂ ਆਪਣੇ ਹਿਸਾਬ ਨਾਲ ਬੂਟੇ ਲਾਉਂਦਾ ਹੈ, ਆਪਣੇ ਹਿਸਾਬ ਨਾਲ ਉਹਨੂੰ ਫਲ ਲਾਉਂਦਾ ਹੈ, ਆਪਣੇ ਹਿਸਾਬ ਨਾਲ ਫੁੱਲ ਲਾਉਂਦਾ ਹੈ। ਜਦੋਂ ਉਹਦਾ ਜੀ ਕਰਦਾ ਫੁੱਲ ਤੋੜ ਲੈਂਦਾ, ਜਦੋਂ ਜੀ ਕਰਦਾ ਫੁੱਲ ਲਾ ਦਿੰਦਾ ਹੈ। ਮਾਲੀ ਹੈ ਵਾਹਿਗੁਰੂ, ਮਾਲਕ ਹੈ ਇਸ ਸੰਸਾਰ ਦਾ। ਇਹ ਗੁਰਬਾਣੀ ਵਿੱਚ ਕਥਨ ਕੀਤਾ ਮਹਾਰਾਜ ਨੇ। ਇਹੋ ਜਗ ਵਾੜੀ, ਵਾੜੀ ਦਾ ਭਾਵ ਹੁੰਦਾ ਬਗੀਚਾ, ਜਗ ਦਾ ਭਾਵ ਹੈ ਸੰਸਾਰ। ਅੱਜ ਜਿੱਥੇ ਆਪਾਂ ਰਹਿ ਰਹੇ ਹਾਂ ਇਹ ਜਗਤ ਬਗੀਚਾ ਹੈ। ਤੇ ਅਗਲਾ ਬਚਨ ਕੀ ਹੈ? ਜਿੱਥੇ ਬਗੀਚਾ ਹੋਵੇ ਉੱਥੇ ਮਾਲਕ ਪੱਕਾ ਹੁੰਦਾ ਹੈ। ਜਿੱਥੇ ਕੋਈ ਬਗੀਚੀ ਲੱਗੀ ਹੁੰਦੀ ਹੈ ਨਾ, ਆਪਾਂ ਆਪਣੇ ਘਰਾਂ ਵਿੱਚ ਛੋਟੀਆਂ ਛੋਟੀਆਂ ਬਗੀਚੀਆਂ ਲਾਈਆਂ ਨੇ, ਉਹਨਾਂ ਬਗੀਚੀਆਂ ਦਾ ਮਾਲਕ ਤਾਂ ਕੋਈ ਹੈਗਾ ਨਾ ਲਾਉਣ ਵਾਲਾ। ਇਹੋ ਜਗ ਵਾੜੀ ਮੇਰਾ ਪ੍ਰਭ ਮਾਲੀ, ਮੇਰਾ ਵਾਹਿਗੁਰੂ ਇਸ ਬਾੜੀ ਦਾ ਮਾਲਕ ਹੈ। ਸਦਾ ਸੰਭਾਲੇ ਕੋ ਨਾ ਹੀ ਖਾਲੀ, ਉਹ ਹਮੇਸ਼ਾ ਹੀ ਇਸ ਬਾੜੀ ਦੀ ਸੰਭਾਲ ਕਰ ਰਿਹਾ ਹੈ। ਉਹਦੀ ਨਜ਼ਰ ਤੋਂ ਕੋਈ ਖਾਲੀ ਨਹੀਂ ਹੈਗਾ, ਨਾ ਗਰੀਬ ਨਾ ਅਮੀਰ, ਨਾ ਕੀੜੀ ਨਾ ਹਾਥੀ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਹਰ ਰੋਜ਼ ਪੜ੍ਹਦੇ ਹਾਂ ਆਪਾਂ, ਸਭ ਦੇ ਉੱਪਰ, ਸਭਨਾ ਉੱਪਰ ਨਾਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਘਨੇਰੀ। ਸਭਨਾ ਦੇ ਉੱਪਰ ਨਾਦਰ ਹੈ। ਚਿੱਤੈ ਅੰਦਰ ਸਭ ਕੋ, ਵੇਖ ਨਾਦਰੀ ਹੇਠ ਚਲਾ ਜਾਂਦਾ। ਵੇਖੋ ਬਚਨ ਵੇਖੋ ਮਹਾਰਾਜ ਦੇ। ਆਪਾਂ ਸਾਰੇ ਨਾ ਵਾਹਿਗੁਰੂ ਦੇ ਚਿੱਤ ਵਿੱਚ ਆ, ਖਿਆਲ ਵਿੱਚ। ਕੀੜੀ ਤੋਂ ਲੈ ਕੇ ਹਾਥੀ ਤੱਕ 84 ਲੱਖ ਜੂਨ ਵਾਹਿਗੁਰੂ ਦੇ ਚਿੱਤ ਵਿੱਚ ਆ। ਚਿੱਤੈ ਅੰਦਰ ਸਭ ਕੋ, ਸਭ ਕੋ ਸਾਰਾ ਸੰਸਾਰ, ਆਲ ਵਰਲਡ ਵੇਖ ਨਾਦਰੀ ਹੇਠ ਚਲਾ ਜਾਂਦਾ। ਆਪਾਂ ਸਾਰੇ ਵਾਹਿਗੁਰੂ ਦੀ ਨਦਰ ਦੇ ਵਿੱਚ ਚੱਲ ਰਹੇ ਹਾਂ। ਉਹਦੀ ਨਦਰ ਹੈ ਆਪਣੇ ਉੱਪਰ, ਸਾਰਿਆਂ ਉੱਪਰ। ਸੋ ਇਸ ਚੀਜ਼ ਦਾ ਖਿਆਲ। ਤਾਂ ਉਹ ਵਾੜੀ ਜਦੋਂ ਕਿਸਾਨ ਆਪਣੀ ਫਸਲ ਬੀਜਦਾ ਉਹ ਵੱਢ ਲੈਂਦਾ ਹੈ। ਇੱਧਰੋਂ ਵਾਹਿਗੁਰੂ ਆਪਣੀ ਸ੍ਰਿਸ਼ਟੀ ਨੂੰ ਸਾਜ ਕੇ ਉਹਦੇ ਵਿੱਚੋਂ ਕਿਹਨੂੰ ਸੰਸਾਰ ਤੇ ਭੇਜਣਾ, ਕਿਹਨੂੰ ਦੁਬਾਰਾ ਵਾਪਸ ਬੁਲਾਉਣਾ, ਇਹ ਉਹ ਵਾਹਿਗੁਰੂ ਆਪ ਜਾਣਦਾ ਹੈ। ਤੇ ਗੁਰਬਾਣੀ ਦੇ ਵਿੱਚ ਇਸ ਖੇਡ ਨੂੰ ਇਉਂ ਲਿਖਿਆ ਹੋਇਆ ਹੈ, ਸੰਸਾਰ ਵਾਸਤੇ ਇਹ ਹੋਰ ਚੀਜ਼ ਹੈ, ਨਿਰੰਕਾਰ ਵਾਸਤੇ ਹੋਰ ਚੀਜ਼ ਹੈ। ਗੁਰਮਤ ਦੇ ਵਿੱਚ ਇਹਦੇ ਹੋਰ ਅਰਥ ਨੇ, ਮਨਮਤ ਦੇ ਵਿੱਚ ਇਹਦੇ ਹੋਰ ਅਰਥ ਨੇ। ਆਪਾਂ ਉਹੀ ਵਿਚਾਰ ਕਰਾਂਗੇ। ਸੁਣੋ ਮਹਾਰਾਜ ਦੇ ਗੁਰਬਾਣੀ ਵਿੱਚ ਇਹ ਸੰਸਾਰ ਨੂੰ ਕੀ ਲਿਖਿਆ ਹੈ। ਖੇਡਾਂ ਖੇਡੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਖੇਡੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਖੇਡੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਖੇਡੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਖੇਡੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਖੇਡੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਖੇਡਾਂ ਖੇਡੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਖੇਡਾਂ ਖੇਡੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਖੇਲਾ ਖੇਲੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਖੇਲੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਖੇਲੇ ਸੁਆਮੀ ਮੇਰਾ, ਨਿਰਗੁਣ ਹੋ ਕੇ ਸਰਗੁਣ ਹੋ ਕੇ। ਨਿਰਗੁਣ ਹੋ ਕੇ ਸਰਗੁਣ ਹੋ ਕੇ, ਨਿਰਗੁਣ ਹੋ ਕੇ ਸਰਗੁਣ ਹੋ ਕੇ। 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 ਖੇਡਾਂ ਖੇਡੇ
स्वामी मेरा निर्गुण होके सरगुण होके, खेटे स्वामी मेरा निर्गुण होके सरगुण होके, स्वामी मेरा निर्गुण होके सरगुण होके, खेटे स्वामी मेरा निर्गुण होके सरगुण होके, स्वामी मेरा निर्गुण होके सरगुण होके, स्वामी मेरा निर्गुण होके सरगुण होके। निर्गुण आप सरगुण भी ओही, कला धार जिन सगली मोही। सरगुण निर्गुण निरंकार, सुन समाधि आप, आपन किया नानका आपे ही फिर जाप। निर्गुण भी आप है वाहिगुरु, सरगुण भी आप है। भाव कहण तो आ जिहड़ा सारा संसार वेख रहे हैं ये भी वाहिगुरु का रूप है, ते गुप्त रूप दे विच भी आप है जो दिस नहीं रहा। सो वो खेडां खेड रहा है। किवें खेड रहा है? आपी न आप साजियो, आपी न रचियो नाओ, दोई कुदरत साजिया कर आसन डिठो चाओ। वाहिगुरु ने कुदरत नूं साज के ये खेडां खेड रहा है। हुण इहदे वास्ते, इहनूं समझण वास्ते बहुत वड्डी कमाई दी लोड़ है। गुरु दे हुक्म विच, गुरु दी आग्या विच, गुरु दी रजा विच अपना जीवन जिहड़ा ढालना चलाउणा, फिर जाके ये गल्लां समझ विच आउंदियां ने, नहीं आउंदियां नहीं हैगियां। जदों ये गल्लां समझ विच ना आउण, फिर जदों तां संयोग बनदा है संसारी तौर ते, उदों बंदा खुशी महसूस करदा है। ते जदों विछोड़ा हुंदा है ते विछोड़े वेले फिर बहुत दुख प्रतीत हुंदा है। कोई भी परिवार दा संबंधी, सारे रिश्ते अपनी अपनी जगह ते बहुत मायना रखते हैं। हर एक रिश्ता बहुत साध संगत एक अपनी अपनी जगह रखता है। पति पत्नी का रिश्ता अपनी जगह है, भैन भरा का रिश्ता अपनी जगह है, दोस्तां मित्रां दे रिश्ते अपनी जगह ने। इस तरह माँ ते धी का अपना रिश्ता है, प्यो ते पुत का अपना रिश्ता है। सो ये सारे रिश्ते बहुत सत्कारयोग ने, वाहिगुरु ने बनाए ने सृष्टि नूं साज के। इन्हां रिश्तियां दे विच फिर जदों तक कोई प्यार की गल चलती है उदों तो आपां सुख महसूस करते हैं, जदों कोई तकरार की गल चलती है उदों दुख महसूस होंदा है, जदों संयोग बनता है उदों खुशी महसूस होंदी है, जदों विछोड़ा पैंदा है उदों दुख महसूस होंदा है, उदों गमी आउंदी है घर विच। खास करके जदों संसारी तौर ते नज़र मारांगे तां उस वेले जदों मौत घर दे विच हुंदी है तां खुशियां तां कुछ समय वास्ते मानो बहुत दूर चलियां जांदियां ने। हसना, रज के खाना, भुख मर जाती है, नींद घट जाती है, हसना चंगा ही नहीं लगता। उस तरह भी जे किते बंदा किसी गल तो हस भी पैंदा है तां वो दूसरा बंदा कहता भी लै इहदे घर मौत होई पई, इहनूं हसना कित्थों आउंदा है। भाव वो समय ही इस तरह का बन जाता है। सो जिथों तक एक माँ का विछोड़ा है, माँ का दर्द है, एक पत्नी का विछोड़ा है, माँ की जिहड़ी लाइफ है, माँ का जिहड़ा जीवन है बहुत संघर्षमयी है। माँ अखवाउणा बड़ा सौखा है, पर उस स्टेज ते पहुंचना किहड़ियां कठिनाइयां विचों दी लंघना पैंदा, किहड़ियां किहड़ियां जिम्मेवारियां माँ नूं निभाउणियां पैंदियां ने। साध संगत ते वो तां एक माँ जाणदी है, संसार नूं भी पता है ना, क्योंकि एक कहण मात्र माँ रब दा दूजा नां, पर इस माँ नूं वो ना प्राप्त करने वास्ते किहड़े संघर्ष करने पैंदे ने, ये तां वो माँ जाणदी है। जदों इहदा सफ़र धी तो शुरू हुंदा है ना, धी तो उत्थों ही इहदे ते नज़रां बदल जांदियां ने। गुरु नानक देव साहब जी ने तां बचन लिखिआ है, महाराज जी कहंदे सो क्यों मंदा आखीए जित जम्मै राजान। इस गल नूं आपां भी सारे बड़ा पढ़दे हां। कहंदे जिहड़ी माँ राजे सूरबीर योधे पीर पैगंबर अवतार औलियां गुरुआं नूं जन्म देण वाली इस्त्री, उन्होंने कहते असी उहदी निंदा नहीं कर सकते, उन्होंने असी नीवीं नज़र नाल नहीं वेख सकते, नीवीं सोच नाल नहीं वेख सकते। उहदा दुनिया दे उत्ते एक अहम रोल है, बड़ी चंगी गल है। पर बैकग्राउंड ते सच की है? सच की है? जदों मां धी दे रूप विच साडे घर आउंदी है, अपने अंदर तो पुछो उस वेले मठियाइयां दे डब्बे किहड़ा किहड़ा बनदा है?
ਉਦੋਂ ਇਹਨੂੰ ਪਹਿਲੀ ਵਾਰੀ ਕਿਹੜੇ ਰੂਪ ਨਾਲ ਵੇਖਿਆ ਜਾਂਦਾ ਹੈ, ਕਿਹੜੀ ਨਜ਼ਰ ਨਾਲ ਵੇਖਿਆ ਜਾਂਦਾ ਹੈ? ਚਿਹਰੇ ਤੇ ਮਜੂਸੀ, ਹਾਏ ਕੁੜੀ ਹੋ ਗਈ। ਉਹੀ ਕਹਿੰਦੇ ਨਾ ਆਪਾਂ ਮਲਵਈ ਬੋਲੀ ਆਪਣੀ। ਕੀ ਹੈ ਭੈਣੇ? ਕੋਈ ਨਹੀਂ। ਫਿਰ ਉਹ ਸੱਸਾਂ ਕੀ ਕਹਿੰਦੀਆਂ? ਕਹਿੰਦੇ ਕੋਈ ਨਹੀਂ ਹੌਸਲਾ ਰੱਖ, ਨੇਰੀ ਤੋਂ ਪਿੱਛੋਂ ਮੀਂਹ ਵੀ ਆਉਂਦਾ। ਭਾਵ ਜਿਹਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਖਿਆ ਸੰਸਾਰ ਕਹਿੰਦਾ ਰੱਬ ਦਾ ਦੂਜਾ ਨਾਂ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਉਹਨੂੰ ਹਨੇਰੀ ਦਾ ਦਰਜਾ ਦਿੱਤਾ, ਝੱਖੜ ਦਾ, ਝਖੇੜਾ, ਤੇ ਪੁੱਤ ਨੂੰ ਮੀਂਹ ਦਾ ਦਰਜਾ ਦਿੱਤਾ ਅਸੀਂ ਲੋਕਾਂ ਨੇ। ਸੋ ਪਿਆਰਿਓ, ਫਿਰ ਇੱਥੋਂ ਧੀ ਦਾ ਸਫ਼ਰ ਸ਼ੁਰੂ ਹੁੰਦਾ। ਹੁਣ ਤਾਂ ਦੁਨੀਆ ਥੋੜ੍ਹੀ ਬਹੁਤੀ ਜਾਗੀ ਹੈ। ਪਿੱਛੇ ਜੇ ਤਾਂ ਇਕੱਲੇ ਪੁੱਤ ਨੂੰ ਪੜ੍ਹਾਇਆ ਕਰਦੇ, ਧੀ ਨੂੰ ਕੀ ਪੜ੍ਹਾਉਣਾ, ਤਾਂ ਬਗਾਨੇ ਘਰ ਜਾਊਗੀ। ਇੱਥੇ ਹੀ ਵਿਤਕਰਾ ਸ਼ੁਰੂ ਹੋ ਜਾਂਦਾ ਇਹਦੇ ਨਾਲ। ਖੈਰ ਇੱਧਰ ਨੂੰ ਮੈਂ ਬਹੁਤਾ ਨਹੀਂ ਜਾ ਸਕਦਾ। ਆਪਾਂ ਗੁਰਮੱਤ ਦੀ ਜੋ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਨੂੰ ਸਿੱਖਿਆ ਹੈ, ਆਪਾਂ ਉਹਦੇ ਤੇ ਵਿਚਾਰ ਨਾਲ ਜਿਹੜਾ ਮਾਂ ਦਾ ਰਿਸ਼ਤਾ ਹੈ, ਮਾਂ ਦਾ ਯੋਗਦਾਨ ਹੈ, ਸਾਧ ਸੰਗਤ ਉਹਨੂੰ ਵੀ ਆਪਾਂ ਨਾਲ ਰੱਖਾਂਗੇ। ਪਰ ਇਹ ਸੱਚ ਹੈ, ਸਿਆਣੇ ਕਹਿੰਦੇ ਨੇ ਜਿੰਨਾ ਚਿਰ ਬਜ਼ੁਰਗਾਂ ਦਾ ਸਾਇਆ ਸਾਡੇ ਸਿਰ ਤੇ ਹੈ, ਉਹਨਾਂ ਚਿਰ ਉਹ ਬਹੁਤ ਵੱਡੇ ਭਾਗਾਂ ਵਾਲੇ ਧੀ ਪੁੱਤ, ਦੋਤੇ ਦੋਤੀਆਂ, ਪੋਤਰੇ ਪੋਤਰੀਆਂ, ਜਿਨ੍ਹਾਂ ਦੇ ਸਿਰ ਤੇ ਬਜ਼ੁਰਗਾਂ ਦਾ ਹੱਥ ਹੈ, ਜਿਨ੍ਹਾਂ ਦੇ ਵਿਹੜਿਆਂ ਵਿੱਚ ਬਜ਼ੁਰਗ ਬੈਠੇ ਨੇ। ਅੱਜ ਕੋਈ ਬਜ਼ੁਰਗ ਸੋਟੀ ਲੈ ਕੇ ਤੁਰਦਾ ਹੈ, ਕੋਈ ਮਾਂ ਸੋਟੀ ਲੈ ਕੇ ਦਾਦੀ ਤੁਰਦੀ ਹੈ, ਤੇ ਗੁਰਮਖੋ ਉਹਨਾਂ ਦੇ ਵਿਹੜੇ ਵੀ ਹੱਸਦੇ ਨੇ, ਉਹਨਾਂ ਦੇ ਵਿਹੜਿਆਂ ਦੀਆਂ ਰੌਣਕਾਂ ਵੀ ਵੱਖਰੀਆਂ ਨੇ। ਪਰ ਸਾਰਿਆਂ ਦੇ ਘਰੇ ਹੈ ਨਹੀਂ ਇਹ ਬੂਟੇ, ਸਾਰਿਆਂ ਦੇ ਘਰ ਵਿੱਚ ਨਹੀਂ ਹੈਗੇ। ਕਈਆਂ ਨੇ ਤਾਂ ਬਜ਼ੁਰਗਾਂ ਨੂੰ ਭਾਰ ਜਾ ਮੰਨਿਆ ਹੋਇਆ ਹੈ। ਕਈ ਬਜ਼ੁਰਗਾਂ ਦੇ ਥੁੱਕ ਵੀ ਹੱਥਾਂ ਤੇ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਕਿੱਡੇ ਬੇਕੀਮਤੇ ਤੀਰਥ ਨੇ ਸਾਡੇ ਘਰਾਂ ਦੇ। ਬਜ਼ੁਰਗਾਂ ਤੋਂ ਬਿਨਾਂ ਤਾਂ ਘਰ ਦੀ ਸ਼ਾਨ ਹੀ ਨਹੀਂ ਰਹਿੰਦੀ। ਕਿਤੇ ਕੋਈ ਵੱਡੇ ਤੋਂ ਵੱਡਾ ਝੱਖੜ ਝੁੱਲ ਜਾਂਦਾ, ਪਰਿਵਾਰ ਵਿੱਚ ਦੁੱਖ ਆ ਜਾਂਦਾ ਹੈ, ਬਜ਼ੁਰਗਾਂ ਦੇ ਤਜਰਬੇ ਹੁੰਦੇ ਨੇ, ਹੌਲੀ ਹੌਲੀ ਪਰਿਵਾਰ ਨੂੰ ਉਹਦੇ ਚੋਂ ਕੱਢ ਲੈਂਦੇ ਨੇ। ਬੱਚੇ ਤਾਂ ਰੁਲ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਬੱਚਿਆਂ ਨੂੰ ਵੀ ਹੁਣ ਕਿੱਧਰ ਨਿਕਲੀਏ। ਸੋ ਇਹਨਾਂ ਦੇ ਤਜਰਬੇ ਹੁੰਦੇ ਨੇ ਜ਼ਿੰਦਗੀ ਦੇ। ਆਓ ਜਦੋਂ ਵਿਹੜਿਆਂ ਦੇ ਵਿੱਚੋਂ ਇਹ ਵੱਡੇ ਵੱਡੇ ਛਾਂ ਦੇਣ ਵਾਲੇ ਦਰਖਤ, ਬੋਹੜ ਦੀਆਂ ਛਾਵਾਂ ਵਿਹੜਿਆਂ ਵਿੱਚੋਂ ਅਲੋਪ ਹੁੰਦੇ ਨੇ, ਸੰਸਾਰ ਕਹਿੰਦਾ ਕੀ ਕਹਿੰਦੇ ਸੁਣੋ। ਜਦੋਂ ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਜਦੋਂ ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਜਦੋਂ ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਜਦ ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਜਦ ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਜਦ ਮਾਂ ਜਹਾਨੋਂ ਤੁਰਦੀ ਏ ਬੇੜਾ ਸੁੰਨਾ ਹੋ ਜਾਂਦਾ। ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਮਾਂ ਜਹਾਨੋਂ ਤੁਰਦੀ ਏ ਫਿਰ ਬੇੜਾ ਸੁੰਨਾ ਹੋ ਜਾਂਦਾ। ਉਹ ਪਿਆਰੀ ਮਾਂ, ਲੋਰੀਆਂ ਦੇਣ ਵਾਲੀ ਮਾਂ, ਸੋਹਣੀਆਂ ਸੋਹਣੀਆਂ ਸਿੱਖਿਆਵਾਂ ਦੇਣ ਵਾਲੀ ਮਾਂ। ਹੁਣ ਵੇਖੋ ਗੁਰਮੁਖੋ, ਦਾਸ ਬੇਨਤੀ ਕਰਦਾ ਹੁੰਦਾ, ਜਿਹੜੇ ਆਪਣੇ ਰਿਸ਼ਤੇ ਨੇ ਨਾ ਉਹ ਬੜੇ ਗੂੜੇ ਰਿਸ਼ਤੇ ਨੇ। ਇੱਕ ਮਾਂ ਤੇ ਇੱਕ ਪਿਓ ਦਾ ਜਿਹੜਾ ਅਹਿਮ ਰੋਲ ਹੈ ਬੱਚਿਆਂ ਦੀ ਸਾਡੀ ਜ਼ਿੰਦਗੀ ਦੇ ਵਿੱਚ, ਉਹਨੂੰ ਕਦੇ ਵਿਚਾਰ ਕਰਕੇ ਵੇਖੀਏ ਨਾ। ਮਾਂ ਤੇ ਧੀ, ਪਿਓ ਤੇ ਪੁੱਤ, ਉਹਨਾਂ ਦਾ ਰਿਸ਼ਤਾ ਕੀ ਹੈ? ਜਦੋਂ ਮਾਂ ਨੇ ਧੀ ਦੇ ਨਾਲ ਜਿਹੜੇ ਸੰਬੰਧ ਨੇ, ਇੱਕ ਮਾਂ ਆਪਣੀ ਧੀ ਦੀ ਮਾਂ ਤਾਂ ਹੈ ਹੀ, ਇਹਦੇ 'ਚ ਤਾਂ ਕੋਈ ਅਤਕਥਨ ਹੀ ਨਹੀਂ ਹੈ। ਪਰ ਜਦੋਂ ਕਿਤੇ ਸਮਾਂ ਬਣਦਾ ਹੈ, ਉਸ ਵੇਲੇ ਮਾਂ ਆਪਣੀ ਧੀ ਦੀ ਸਹੇਲੀ ਬਣਨ ਤੋਂ ਵੀ ਪਿੱਛੇ ਨਹੀਂ ਰਹਿੰਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।
एक प्यो अपने पुत दा प्यो तो हुंदा ही है, पर जदों किते कोई जिंदगी विच ऐसा समा बनता है फिर प्यो अपने पुत दा मित्र बनने तो भी पिछे नहीं हटदा। समझ गए होंगे ना इस गल नूं। जदों तां प्यो ते पुत वाला रिश्ता है वो चलदा है, पर जदों किते प्यो ने वेख्या भी मेरा बच्चा इत्थे तिलक रहा है, इत्थे मेरा बच्चा लाइफ दे विच जिंदगी दे विच कमजोर ना पै जावे, ये किसी माड़े पासे किसी कुंभी नरक च ना डिग जावे, फिर प्यो अपने पुत नूं बकल विच लैके कहंदा बेटा ये जिहड़े रास्ते तू तुरिया इस रास्ते तो पिछे पैर कर लै, ये रास्ते जाण वाले जिंदगी बर्बाद हो गई है, पुत ये रास्ते ना जाई, मित्र बन के समझा दिंदा है। इसे तरह मां जदों वेख्या मेरी धी शुभ गुणा तो वांझी रह गई है, तो उस वेले मां अपनी धी नूं कोल बिठा के कहती है धीए राणीए मैं तेनों सहेली बन के दसदी हां ए रास्ते नहीं जाना। सियाणी धी बन ते फिर उस सहेली बनने तो पिछे नहीं हटदी। ये रिश्ते ने अपने बड़ा भरा ते छोटा भरा, दो भरा हुंदे ने जां तीन भरा चार भरा किन्ने भी लाओ, बड़ा भरा जिथे भरावां दा भरा हुंदा है उत्थे गुरमुखो प्यो वाला रिश्ता भी निभा दिंदा बड़ा भरा। आखो सतनाम श्री वाहिगुरू। हाँ बड़ा भरा प्यो वाला रिश्ता निभा दिंदा है, क्योंकि छोटिਆਂ ने उन्होंने ਉਹਦੇ हत्थां विच खेडे हुंदे ने छोटे, ते उन्हां नूं फिर सिक्ख्या देनी बड़ा भरा ਉਹਦਾ फर्ज बन जाता है। इसे तरह आओ ये दुख झंझोड़ दिंदे ने साध संगत। बंदा कदों हारदा है, बंदे नूं सट्टां मार दिंदियां ने। जे किते सट्टां ना जिंदगी विच पैण ना ते फिर बंदा कदे भी नहीं हारदा। जदों किते लेख कोई माड़ा आ जाता है, आपां पढ़िया शुरू विच रोंदे हसदे ते हसदियां नूं रोवण ला देवें यही तेरे चोज मालका। ये गुरु तेग बहादुर महाराज जी का शब्द है, बिहागड़ा राग दा। ते ये सच है, गुरबाणी सत स्वरूप है। कोई परिवार ये नहीं चाहता मेरे घर दे विच सोग पै जावे। सवेरे उठ के आपां जिहड़े सियाणे माई भाई बजुर्ग ने बच्चे ने, वो सवेरे उठदियां सार बिना मूँह धोतियां पहली बार अपने हाथ जुड़ते हैं, धन गुरु नानक देव साहब जी सुख वरताओ। आपां इहो ही अरदास करते हैं सवेरे। चाह पानी बाद विच पीने, नितनेम सिमरन बंदगी इशनान फिर हुंदा है। पहला सियाणा सज्जण ये गल कहेगा सच्चे पातशाह सुख वरताओ, क्योंकि जे सुख है तो जिंदगी सौखी लंघदी है। जे किते कोई दुख पै गया जिंदगी विच गुरमुखो फिर तो किन्नियां ही कमाइयां करदा कोई, फिर उन्होंने कहना भी उलझ गया काम, ताना उलझिया फिर ठीक मसां आउंदा है। हुण मान लो कित्थे तां आपां नॉर्मल जिंदगी जिउं रहे हैं, कित्थे कोई ऐसा केस पै गया कचहरियां दे गेड़े लग गए, ना तां ऐ पता भी किन्ने लैके जाने ने घरों। जे 50,000 घरों पा के ले गया तां ये नहीं पता भी अगे लख लगदा है। ते किसी दे हस्पताल वाल नूं मूँह हो गए ते घरों लैके गया लाख रुपया, अगे कहंदे 2 लाख भर दे, दाखल दे ही 2 लाख भर दे फिर इलाज शुरू होऊगा। इहनूं कहंदे ने आदियां व्याधियां ते उपाधियां जदों पै जांदियां ने, बंदा किन्ना भी सियाणा होवे 100 मूर्खां दा मूर्ख हो जांदा है। सो उत्थे फिर महाराज जी कहंदे पता नहीं किहड़े वेले सत स्वरूप गुरबाणी सतगुरां दे बचन। हुण वेखो साडे उत्थे परसों की गल है, खुडाल कलां, मेरा पिंड खुडाल अकबरपुर है, तो खुडाल कलां सवेरे 7 बजे परसों की गल है, उत्थे 5-6 बच्चे बस अड्डे ते खड़े, धुंध पई सी सवेरे 7 बजे की। हुण घरों तां 2 बच्चे तां ट्रायल देण वास्ते पुलिस की भर्ती दे उस तरह तैयार होके आए, ते 2 बच्चे दूजिਆਂ ਨੂੰ चढ़ाउण वास्ते आए, ते 2 ਜਿਹੜੇ ਸੀ ਉਹ मोटरसाइकिल ते कोई ਕੰਮ जा रहे सी। 3 मोटरसाइकिल इकट्ठे हो गए बस अड्डे ते एनफील्ड वगैरह सी, किते धुंध च नहीं पता लग्या, तीनों मोटरसाइकिल टकरा गए। तीनों टकराए। वेखो सवेरे 7 बजे आपां चाह पानी पीता हुंदा उस वेले। हुण माँ प्यो तां इन्हां खुशियां दे विच ने भी मेरा बच्चा ट्रायल देण चलिया, किते नौकरी मिल जावे। पर अज दे जमाने विच जे असीं नौजवान बच्चों के दुख की गल करांगे, ओह दिल रो पैंदा गुरमुखो।
दिल रो पैंदा है। पत्थर लोग हो गए जिहड़े तख्तां ते बैठे पत्थर, पढ़ लिख के बच्चियां ने, किसी ने कोई साध संगत कोर्स किया, किसी ने कोई कोर्स किया, दिन रात कमाइयां कर करके किन्ना किन्ना पढ़ना जागना रातां नूं, किते एवें कुर्सियां ते नहीं बैठ जाता, कोई ऑफिसर नहीं लग जाता। तो जे किते वो अपने हक मंगण गए, वेखो किवें नौजवानों के बसां विच बिठा के खोदां मारियां जांदियां ने, पशुआं की तरह खोदां मार मार के बसां दे विच DSP। ते नौकरी देण दी गल दूर है, गल तो पकड़ के मूँह ते हथ धर के घड़ीस के लेके जा रहे हैं साडियां धीआं भैणां नूं। बच्चों नूं किहड़ा हौसला रह जू, मापियां नूं किहड़ा हौसला रह जू जिन्हां ने ब्याज ते चक चक के पैसे बच्चों नूं पढ़ाउंदे ने। पढ़ाइयां किहड़ा सौखियां हो जांदियां ने, पढ़ना किहड़ा सौखा है। रात के 12-12 बजे तक बच्चे पढ़ी जाते हैं, जिहड़े इंटैलीजेंट बच्चे ने, पढ़ाई नूं प्यार करते हैं, चंगे नंबर लेंदे ने। सो उन्हां मापियां नूं सी भी चलो, पर ऐसा एक्सीडेंट होया, 2-3 बच्चों दीयां लत्तां टुट गईयां, एक बच्चे दे सिर विच सੱਟ, उहनूं चंडीगढ़ नूं रैफर कर दिता, एक नूं मानसा नूं रैफर कर दिता। हुण जदों उन्हां दे घर खबर पहुंची होनी है भला कि वो सारा परिवार हੱਸਿਆ होऊगा उस वेले? नहीं गुरमुखो, जिहदे बच्चे नूं सੱਟ ਵੱਜ जाती है, चोट ਵੱਜ जाती है, वो परिवार नूं रोना पै जाता है। इसे तरह साध संगत महाराज जी कहते संसार है, एक घर की गल नहीं। इत्थे पता नहीं कदों किहड़े घर दे विच खुशी की खबर आ जाती है, वो रो रहा तो हस पैंदा है। एक घर हस रहा, पता नहीं किहड़े वेले घंटी आ जाए भी आ जाओ फलाना चढ़ाई कर गया, रोना पै जाता है। ये खेडां ने वाहिगुरू दियां। हुण सतगुरु गुरु ग्रंथ साहब महाराज जी कहते दुख सुख दुख दोए दर कपड़े पहिरे जाए मनुख। सुख ते दुख दोने कपड़े की न्याई ने। जिमें आपां पुराना कपड़ा उतार दिता, नवां पहन लिया, मैला कपड़ा उतार दिता, धोता होया पहन लिया। ये कहते कपड़े की तरह ने, कदे दुख भारू पै जांदा, कदे सुख भारू पै जांदा है। हुण इहदे विच आपां जिंदगी कढणी है, कढदे भी आपां, पर कहते सिख है ना, जिहड़ा सिख गुरु नानक देव साहब दा, वो एक गल दा ख्याल रखे। किहड़ी गल दा? वो सुनो महाराज जी आपां नूं बाणी विचों ते इतिहास विचों दसदे ने, इह गल दा ख्याल रखे। कदे मुख ना गुरां तो मोड़िए, ओ लखा भावें दुख झल्लीए। कदे मुख ना गुरां तो लखा भावें दुख झल्लीए। मोड़िए लखा भावें दुख झल्लीए। कदे मुख ना गुरां तो मोड़िए लखा भावें दुख झल्लीए। लखा भावें दुख झल्लीए। कदे मुख ना गुरां तो मोड़िए लखा भावें दुख झल्लीए। कदे मुख ना गुरां तो मोड़िए गुरां तो लखा भावें दुख झल्लीए। कदे मुख ना गुरां तो लखा भावें दुख झल्लीए। मोड़िए लखा भावें दुख झल्लीए। कदे मुख ना गुरां मोड़िए लखा भावें दुख झल्लीए। कदे मुख ना गुरां तो मोड़िए, ओ कदे मुख ना गुरां तो बई मोड़िए लखा भावें दुख झल्लीए। वीर दीन गवाया दुनी स्यों,
न चाली साथ, पाए कुहाड़ा मारिया। पाए कुहाड़ा मारिया, पाए कुहाड़ा मारिया, गाफल अपने हाथ, वीर दीन गवाया दुनी स्यों। इउं महाराज जी कहंदे दीन कहिए अपना धर्म, दुनी कहिए आ दुनिया संसार। कहंदे सिख नूं एक गल पल्ले बन्ननी चाहिदी है, जिड्डे मर्जी झखड़ झुल जाण, सिख कदे गुरु तो बेमुख ना होवे। आखो सतनाम श्री वाहिगुरू जी। आ पोह दा महीना चढ़ गया। पोह दा महीना वो महीना है जिथे दुखां नूं तोलण वाली तकड़ी ओ टुट गई। एडे दुख किहदे ते? 10वें पातशाह महाराज दे परिवार ते। आपां परिवार हाँ महाराज दा, आपां सारे परिवार हाँ। ते दुखां दा पहाड़ टुट गया, इन्ने दुख। पर कलगी वाले पातशाह की कहंदे? महाराज जी कहंदे कदे गुरु तो मुख नहीं मोड़ना, दुख भावें ये तो 1000 गुणा ज्यादा आ जाण, कदे गुरु तो मुख नहीं मोड़ना। सच जानो अज तो अपने ते कोई दुख ही नहीं, अपने खुद दे सहेड़े होए ने। जिन्ने क दुख ने ना छोटे मोटे अपने, ये आपां ने सहेड़े होए ने, वाहिगुरू ने दिते होए नहीं हैगे। वो जिहड़ा संघर्ष सी कलगी वाले पातशाह दा, आज़ादी ते गुलामी दी गल सी ना। औरंगा दिल्ली दा बादशाह कहंदा तुसीं मेरे ऑर्डर दे थल्ले, मेरे हुक्म दे थल्ले रहो। कलगी वाले पातशाह कहंदे औरंगजेब असी आज़ादी दा जीवन जिउणा है, असी खुद ते साडे सिखां ने, असी तेरे गुलाम नहीं रह सकते। ये नहीं है भी जो तेरा हुक्म है वो असी मन्नीए। हाँ असी हिंदुस्तान दे, इंडिया दे नागरिक हाँ, असी कोई गलत कदम नहीं चुकते। पर जे तू आखे भी तेरी गुलामी, ये सानू प्रमाण नहीं है। असी आज़ादी का जीवन जिउणा है, अपनी किरत करके, लोड़वंदां गरीबां की मदद करनी ते अपनी किरत ते भरोसा रखना। हुण वेखो महाराज जी की लिखते हैं, कबीर दीन गवाया दुनी स्यों। तकरीबन तकरीबन बंदा हुण जिहड़ी अपनी प्रॉब्लम है, खंडे की पहुल ना लैण दी, अमृत ना छकण दी, वो की है? जे मैं अमृत छक लिया, मैनू मेरे सहुरियां वाले की कहणगे, लै मैं सहुरे दाढ़ी रख के जाऊँगा, मैं जो कृपान उपर दी पाली, मेरा सहुरा परिवार उत्थे मेरे जिहड़े जो भी बच्चे बच्चियां हुंदे ने मैनू आखणगे लै ये तां ज्ञानी बन गया, तां सिख बन गया। ते मैनू मेरे मित्र की आखणगे, मैनू स्कूल कॉलेज दे विच मेरे फ्रेंड की आखणगे। भाव इहनूं कहंदे ने लोक लज्जिया। लोक लज्जिया दे विच फस के, लोकां दी शर्म करके बंदा गुरु वाला नहीं बनिया, इहदे च ही अटक गया। ते जिन्हां दी सोझी पै गई, कबीर दीन गवाया दुनी स्यों, दुनी ना चाली साथ। उत्थे किहड़ा मित्र है, उत्थे किहड़ा भरा, उत्थे कौन है? उत्थे तां दुनिया वाले तां इत्थे रहणगे ना, उत्थे तां कल्ले तेरे शरीर ने जाना है, वो भी शमशान घाट तक। शमशान घाट तो अगे तां शरीर है नहीं ना, फिर तां शरीर की गल तां मुक गई, उत्थे तां फिर आत्मा जिंद ते जोत की गल है। हुण इस गल नूं समझना काफ़ी औखा है गुरमुखो। सतगुरु महाराज जी दुनियादार जिहड़े लोग ने, उन्हां ने गल इत्थे मुकाती। देखो पढ़ाई चंगी है, साध संगत ग्रैजुएट होना, एजुकेशन प्राप्त करनी, कोई माड़ी गल नहीं। जमाने के मुताबिक चलना, जिहड़ा बंदा जमाने के मुताबिक कदम नहीं पुटदा, वो जमाने दे विच पिछे रह जांदा है। सानू जमाने दे नाल, जमाने दे हाणी बनन वास्ते अज कंप्यूटर युग है, सानू कंप्यूटर विद्या लेनी चाहिए है, वो सानू हासिल करनी चाहिए है। पर एक पढ़ लिख के ये गल कह देनी भी जदों बंदा मर गया गल खत्म हो गई, ना कोई अगला जन्म ना कोई पिछला जन्म, ये कित्थों पढ़िया भाई? इनू कहंदे ने कोरी मनमत। आपां उस गुरु दे सिख हां, तत्ती तवी ते चौंकड़ा लाया ते दिल्ली चांदनी चौक विच पहले जामे दे विच जनेऊ दा विरोध करदे ने गुरु नानक देव साहब जी। पंडित कहंदा जनेऊ पावां, खड़ो चौंके दे उपर, फट्टा जिन्हों आपां बोलदे हां चौंका, ते इहदे उपर खड़ो। महाराज खड़ गए। पंडित ने वो जिहड़ा सी
ਧਾਗਾ ਸੂਤ ਦਾ ਤੇ ਜਨੇਊ ਉਹਦੇ ਵਿੱਚ ਪਾਇਆ ਹੋਇਆ ਸੀ। ਜਦੋਂ ਉੱਪਰ ਬਾਹਾਂ ਕੀਤੀਆਂ ਮਹਾਰਾਜ ਨੇ ਪੰਡਤ ਦਾ ਹੱਥ ਫੜ ਲਿਆ। ਪੰਡਤ ਜੀ ਕੀ ਕਰਦੇ ਹੋ? ਕਹਿੰਦੇ ਹਿੰਦੂ ਧਰਮ ਦੇ ਰੀਤੀ ਰਿਵਾਜਾਂ ਦੇ ਮੁਤਾਬਕ ਤੁਹਾਨੂੰ ਜਨੇਊ ਪਹਿਨਾਉਣੇ ਆ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਮੈਂ ਤਾਂ ਨਹੀਂ ਪਹਿਨਣਾ। ਕਹਿੰਦੇ ਕਿਉਂ? ਕਹਿੰਦੇ ਇਹ ਜਨੇਊ ਨਹੀਂ ਪਹਿਨਣਾ। ਪੰਡਤ ਜੀ ਮੈਂ ਤੁਹਾਨੂੰ ਜਨੇਊ ਦੱਸਦਾ, ਜੇ ਤੁਹਾਡੇ ਕੋਲੇ ਉਹ ਜਨੇਊ ਹੈ ਤਾਂ ਪਾ ਦਿਓ, ਇਹ ਨਹੀਂ ਮੈਂ ਪਵਾਉਣਾ। ਹੁਣ ਵੇਖੋ ਪਹਿਲੇ ਜਾਮੇ ਵਿੱਚ ਕੀ ਕਹਿੰਦੇ। ਪੰਡਤ ਜੀ ਕਹਿਣ ਲੱਗੇ ਦੱਸੋ ਮਹਾਰਾਜ ਕਿਹੜਾ ਜਨੇਊ ਹੈ? ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਦੱਸ ਰਹੇ ਨੇ, ਕਹਿੰਦੇ ਆਹ ਜਨੇਊ ਹੈਗਾ ਤੇਰੇ ਕੋਲੇ ਤਾਂ ਪਾ। ਪਾ ਦੇ ਪੰਡਤਾ ਸੱਚੇ ਨਾਮ ਦਾ ਜਨੇਊ, ਪਾ ਦੇ ਪੰਡਤਾ ਸੱਚੇ ਨਾਮ ਦਾ ਜਨੇਊ, ਪੰਡਤਾ ਸੱਚੇ ਨਾਮ ਦਾ ਜਨੇਊ, ਪਾ ਦੇ ਪੰਡਤਾ ਸੱਚੇ ਨਾਮ ਦਾ ਜਨੇਊ, ਪਾ ਦੇ ਪੰਡਤਾ ਸੱਚੇ ਨਾਮ ਦਾ ਜਨੇਊ, ਪਾ ਦੇ ਪੰਡਤਾ ਸੱਚੇ ਨਾਮ ਦਾ ਜਨੇਊ, ਉਹ ਪਾ ਦੇ ਪੰਡਤਾ ਸੱਚੇ ਨਾਮ ਦਾ ਜਨੇਊ, 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 ਪਾ ਦੇ ਪੰਡਤਾ ਸੱਚੇ ਨਾਮ ਦਾ ਜਨੇਊ। ਲਓ ਪੰਡਤ ਜੀ ਆਹ ਜਨੇਊ ਪਾਓ। ਕਿਹੜਾ? ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਹੈਗਾ ਤੇਰੇ ਕੋਲ ਤਾਂ ਘੱਤ ਪਾ ਦੇ। ਫਿਰ ਦਇਆ ਦੀ ਹੋਵੇ ਕਪਾਹ, ਸੰਤੋਖ ਦਾ ਹੋਵੇ ਸੂਤ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ, ਜਤ ਦੀ ਹੋਵੇ ਗੰਢ। ਸਤ ਵੱਟ, ਸੱਚ ਦਾ ਹੋਵੇ ਉਹਨੂੰ ਵੱਟ ਚਾੜਿਆ ਹੋਇਆ। ਭਾਵ ਤੇਰੇ ਕੋਲੇ ਦਇਆ ਸਤ ਸੰਤੋਖ ਇਹ ਚੀਜ਼ਾਂ ਹੈਗੀਆਂ ਤੇਰੇ ਕੋਲ। ਕਹਿੰਦਾ ਮਹਾਰਾਜ ਜੀ ਉਹ ਪਾ ਲਵੇ ਤਾਂ ਕੀ ਹੋ ਜਾਂਦਾ ਹੈ? ਦੱਸੋ ਉਹ ਪਾਉਣ ਦਾ ਕੀ ਫਾਇਦਾ? ਮਹਾਰਾਜ ਕਹਿੰਦੇ ਨਾ ਇਹੋ ਟੁੱਟਾ ਹੈ। ਕਹਿੰਦੇ ਉਹ ਜਨੇਊ ਟੁੱਟਦਾ ਨਹੀਂ ਹੈਗਾ, ਨਾ ਮਲ ਲੱਗਾ ਹੈ ਉਹ ਮੈਲਾ ਵੀ ਨਹੀਂ ਹੁੰਦਾ, ਨਾ ਇਹੋ ਜਲ ਹੈ ਜਦੋਂ ਸ਼ਮਸ਼ਾਨ ਘਾਟ ਲਿਜਾ ਕੇ ਲੱਕੜਾਂ 'ਚ ਰੱਖਣਗੇ ਅੱਗ ਵਿੱਚ ਵੀ ਨਹੀਂ ਮੱਚਦਾ, ਨਾ ਇਹੋ ਜਲ ਹੈ ਨਾ ਜਾਏ, ਨਾ ਉਹ ਕਿਤੇ ਜਾਂਦਾ ਹੈ, ਉਹ ਜੀਵ ਆਤਮਾ ਦੇ ਨਾਲ ਰਹਿੰਦਾ ਹੈ। ਧੰਨ ਸੋ ਮਾਨਸ ਨਾਨਕਾ। ਹੁਣ ਜਿਹੜਾ ਕਹਿੰਦਾ ਅੰਮ੍ਰਿਤ ਛਕ ਕੇ ਕੀ ਮਿਲਦਾ ਹੈ? ਆ ਜਿਹੜੇ ਕਕਾਰ ਨੇ ਨਾ ਇਹ ਸੱਚੇ ਜਨੇਊ ਨੇ ਆਪਣੇ ਪਵਾਏ ਹੋਏ। ਮਹਾਰਾਜ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਜਲਦੇ ਨਹੀਂ ਹੈਗੇ, ਇਹਨਾਂ ਨੂੰ ਅੱਗ ਨਹੀਂ ਜਾਲੇਗੀ। ਇਹ ਬਾਹਰੀ ਰਹਿਤ ਹੈ ਸਿੱਖ ਦੀ, ਪਰ ਸਿੱਖ ਨੇ ਜਦੋਂ ਇਹ ਪਹਿਨ ਲਏ ਤਾਂ ਇਹ ਸਿੱਖ ਦੀ ਆਤਮਾ ਦੇ ਨਾਲ ਅਟੈਚ ਹੋ ਗਏ। ਆਤਮਾ ਦੇ ਨਾਲ ਅਟੈਚ ਹੋ ਗਏ, ਇਹ ਸੁਰਤ ਦੇ ਨਾਲ, ਇਹ ਸੁਰਤ ਦੇ ਵਿੱਚ ਵਸ ਗਏ। ਹੁਣ ਸੁਰਤ ਮੱਚਦੀ ਨਹੀਂ, ਸੁਰਤ ਜਲਦੀ ਨਹੀਂ, ਸੁਰਤ ਮੈਲੀ ਨਹੀਂ ਹੁੰਦੀ ਜਦੋਂ ਗੁਰੂ ਨਾਲ ਜੁੜ ਗਈ। ਗੁਰੂ ਤੋਂ ਬਿਨਾਂ ਇਹ ਮੈਲੀਓ ਮੈਲੀ ਹੈ। ਤਾਂ ਫਿਰ ਹੁਣ ਜਿਹੜੇ ਕਹਿੰਦੇ ਅੰਮ੍ਰਿਤ ਛਕ ਕੇ ਕੀ ਮਿਲਦਾ ਹੈ, ਕਕਾਰ ਪਾ ਕੇ ਕੀ ਮਿਲਦਾ ਹੈ, ਇਹਨਾਂ ਗੱਲਾਂ ਦੇ ਤਾਂ ਜਵਾਬ ਦੇਣੇ ਚਾਹੀਦੀ ਉਹ ਨਹੀਂ, ਬਿਲਕੁਲ ਵੀ ਨਹੀਂ। ਨਾ ਇਹ ਸਵਾਲ ਬਣਦਾ ਹੈ, ਇਹ ਤਾਂ ਸਵਾਲ ਹੀ ਗਲਤ ਨੇ ਸਾਰੇ। ਹੁਣ ਜਿਹੜਾ ਬੰਦਾ ਕਹਿੰਦਾ ਕੇਸ ਕਿਉਂ ਰੱਖੇ, ਤੁਸੀਂ ਕੇਸ ਕਿਉਂ ਰੱਖੇ, ਇਹ ਤਾਂ ਸਵਾਲ ਹੀ ਨਹੀਂ ਹੈਗਾ। ਇਹ ਤਾਂ ਮੂਰਖਤਾਈ ਦੀ ਨਿਸ਼ਾਨੀ ਹੈ। ਇਹਦਾ ਜਵਾਬ ਹੀ ਸਿੱਧਾ ਇਹ ਹੈ ਵੀ ਇਹ ਮੈਂ ਨਹੀਂ ਰੱਖੇ। ਇਹ ਤਾਂ ਜਦੋਂ ਸਾਡਾ ਜਨਮ ਹੋਇਆ ਮਾਤਾ ਦੇ ਉਦਰ ਵਿੱਚ ਸਾਡਾ ਜਦੋਂ ਨਿਵਾਸ ਹੋਇਆ, ਇਹ ਤਾਂ ਧੁਰ ਦਰਗਾਹੋਂ ਵਾਹਿਗੁਰੂ ਨੇ ਦਿੱਤੇ ਹੋਏ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਰੱਖੇ ਨਹੀਂ ਗਏ, ਇਹ ਦਿੱਤੇ ਹੋਏ ਨੇ ਵਾਹਿਗੁਰੂ ਨੇ ਸਾਨੂੰ। ਦਾੜੀ ਜੇ ਆਉਂਦੀ ਹੈ ਤਾਂ ਭਾਈਆਂ ਦੇ ਆਉਂਦੀ ਹੈ, ਬੀਬੀਆਂ ਦੇ ਦਾੜੀ ਨਹੀਂ ਲਾਈ ਮਹਾਰਾਜ ਨੇ। ਉਹਨਾਂ ਨੂੰ ਆਪਣਾ ਰੂਪ ਦਿੱਤਾ ਹੈ। ਬੱਬਰ ਸ਼ੇਰ ਨੂੰ ਆਪਣਾ ਰੂਪ ਦਿੱਤਾ ਹੈ, ਗਿੱਦੜ ਨੂੰ ਆਪਣਾ ਰੂਪ ਦਿੱਤਾ ਹੈ ਮਹਾਰਾਜ ਨੇ। ਇਹਨਾਂ ਗੱਲਾਂ ਨੂੰ ਸਮਝਣਾ ਪਵੇਗਾ। ਇਹ ਤਾਂ ਇੱਥੇ ਆ ਕੇ ਬੰਦਾ ਸ਼ੈਤਾਨ ਹੋ ਕੇ ਵਾਹਿਗੁਰੂ ਦੀ ਬਣਾਈ ਸੂਰਤ ਨੂੰ ਭੰਨਦਾ ਹੈ ਵੀ ਸ਼ਾਇਦ ਮਹਾਰਾਜ ਦੇ ਵਿੱਚ ਗਲਤੀ ਰਹਿ ਗਈ, ਮੈਨੂੰ ਸੋਹਣਾ ਨਹੀਂ ਬਣਾਇਆ, ਮੈਂ ਨਾਈ ਦੇ ਜਾ ਕੇ ਸੋਹਣਾ ਬਣੂੰਗਾ। ਇੱਥੇ ਫਸਦਾ ਆ ਕੇ ਬੰਦਾ। ਮਹਾਰਾਜ ਨੇ ਲਿਖਿਆ ਪਿਆ ਫਾਸਣ ਕੀ ਵਿਦ ਸਭ ਕੋਈ ਜਾਣੈ। ਕਹਿੰਦੇ ਫਸਣ ਵਾਲੀਆਂ ਜੁਗਤਾਂ ਤਾਂ ਸਾਰਾ ਸੰਸਾਰ ਹੀ ਜਾਣਦਾ, ਛੂਟਣ ਕੀ ਇੱਕ ਕੋਈ। ਹੁਣ ਵੇਖੋ ਮੇਰੀਆਂ ਧੀਆਂ ਬੈਠੀਆਂ ਨੇ, ਜਿਹੜਾ ਵਾਹਿਗੁਰੂ ਨੇ ਸਰੂਪ ਦਿੱਤਾ ਸੀ ਸਾਨੂੰ। ਮਾਵਾਂ ਆਪਣੀਆਂ ਵੇਖੋ ਜਿਹੜੀਆਂ ਪਹਿਲਾਂ
80-80 साल दियां 70 साल दियां, ਉਹਨਾਂ ਜ਼ਿਆਦਾ ਤੋਂ ਜ਼ਿਆਦਾ ਕੀ ਕਰਦੀਆਂ, ਸਰੋਂ ਦਾ ਤੇਲ ਇਸ਼ਨਾਨ ਕਰ ਲਿਆ ਤੇ ਸਰੋਂ ਦਾ ਤੇਲ ਹਥੇਲੀਆਂ ਤੇ ਮਸਲਿਆ ਤੇ ਮੂੰਹ ਤੇ ਮਲ ਲਿਆ। ਮੱਖਣ ਆਪਣੇ ਘਰ ਵਿੱਚ ਘਿਓ ਦੇਸੀ ਹੱਥਾਂ ਤੇ ਮਲ ਲਿਆ ਤੇ ਚਿਹਰੇ ਤੇ ਮਲ ਲਿਆ। ਉਹ ਆਜ਼ਾਦ ਜੀਵਨ ਸੀ ਉਹਨਾਂ ਦਾ। ਓਹੋ, ਫਿਰ ਅੱਜ ਵੇਖੋ, ਹੁਣ ਅੱਜ ਅਸੀਂ ਫਸ ਗਏ। ਹੁਣ ਮੇਰੀਆਂ ਧੀਆਂ ਜੇ ਤਾਂ ਬਿਊਟੀ ਪਾਰਲਰ ਦੇ ਡੇਲੀ ਜਾਂਦੀਆਂ ਨੇ ਤਾਂ ਮਾੜਾ ਮੋਟਾ ਮੂੰਹ ਵੇਖਣ ਜੋਗਾ ਹੁੰਦਾ ਹੈ, ਤੇ ਜੇ ਕਿਤੇ ਫਿਰ ਉਹ ਬਿਊਟੀ ਪਾਰਲਰ ਦੇ ਨਹੀਂ ਜਾਂਦੀਆਂ ਤਾਂ ਫਿਰ ਉਹਨਾਂ ਦੀ ਹਾਲਤ ਜਿਹੜੀ ਹੁੰਦੀ ਆ, ਉਹ ਆਪਣੇ ਮੂੰਹ ਨੂੰ ਸ਼ੀਸ਼ੇ ਵਿੱਚ ਨਹੀਂ ਵੇਖ ਸਕਦੀਆਂ, ਕਿਉਂਕਿ ਫਸ ਗਈਆਂ। ਬਣਾਉਟੀ ਰੂਪ ਦੇ ਦਿੱਤਾ ਆਪਣੇ ਮੂੰਹ ਨੂੰ, ਬਣਾਉਟੀ ਰੂਪ ਦੇਤਾ। ਹੁਣ ਉਹ ਬਣਾਉਟੀ ਰੂਪ ਸਾਰੀ ਜ਼ਿੰਦਗੀ ਦੇਣਾ ਪਊਗਾ। ਜੇ ਤਾਂ ਲਾਉਨੇ ਆ ਕਰੀਮਾਂ ਸ਼ਰੀਮਾਂ ਤਾਂ ਚਮਕ ਆਉਂਦੀ ਹੈ, ਨਹੀਂ ਆਉਂਦੀ ਨਹੀਂ। ਕਿਉਂ? ਚਿੰਤਾ ਨੇ ਖਾਧਾ ਹੋਇਆ ਸੰਸਾਰ। ਚਮਕ ਤਾਂ ਮੁਕਤਾ ਉੱਡ ਗਈ। ਵਿਰਲੇ ਵਿਰਲੇ ਪਰਿਵਾਰ ਨੇ, ਘਰ ਨੇ ਜਿੱਥੇ ਖੁਸ਼ੀਆਂ ਖੇੜੇ ਨੇ, ਨਹੀਂ ਤਾਂ ਘਰਾਂ ਦੇ ਮਾਹੌਲ ਵਿਗੜੇ ਪਏ ਨੇ। ਫਿਰ ਉਹ ਬਣਾਉਟੀ ਰੂਪ ਦੇ ਕੇ ਬੰਦਾ ਫਸ ਜਾਂਦਾ ਹੈ। ਇਹ ਮਹਾਰਾਜ ਜੀ ਆਪਣੇ ਸਿੱਖ ਨੂੰ ਇਸ ਚੀਜ਼ ਦੇ ਵਿੱਚੋਂ ਸਹਿਜੇ ਕੱਢ ਲੈਂਦੇ ਨੇ। ਕਿਉਂ? ਸਾਦਾ ਖਾਣਾ, ਸਾਦਾ ਪਹਿਨਣਾ, ਸਾਦਾ ਜੀਵਨ, ਸਾਦਗੀ ਦਿੱਤੀ ਆਪਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ। 10ਵੇਂ ਪਾਤਸ਼ਾਹ ਮਹਾਰਾਜ ਨੇ ਭੜਕੀਲਾ ਪਹਿਨਣਾ, ਆਪਣੇ ਆਪ ਨੂੰ ਇੰਨਾ ਕੁ ਭੜਕੀਲਾ ਬਣਾ ਲੈਣਾ। ਬਚਨ ਲਿਖੇ ਹੋਏ ਨੇ ਮਹਾਰਾਜ ਨੇ, ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕਉ ਮਾਣ। ਨਿਰਪ ਦਾ ਅਰਥ ਹੈ ਰਾਜਾ, ਚੇਰੀ ਦਾ ਅਰਥ ਹੈ ਰਾਣੀ, ਨਾਰੀ, ਨਾਰੀ ਦਾ ਅਰਥ ਹੈ ਰਾਣੀ। ਕਬੀਰ ਨਿਰਪ ਨਾਰੀ ਕਿਉਂ ਹਰ ਚੇਰੀ ਕੋ ਮਾਣ। ਉਹ ਮਾਂਗ ਸਵਾਰੈ ਬਿਖੈ ਕੋ, ਉਹ ਸਿਮਰੈ ਹਰ ਨਾਮ। ਕਹਿੰਦੇ ਹੁਣ ਰਾਣੀ ਜਿਹੜੇ ਸੰਧੂਰ ਭਰ ਰਹੀ ਹੈ, 16 ਸ਼ਿੰਗਾਰ ਕਰ ਰਹੀ ਹੈ, ਇਹ ਤਾਂ ਕਹਿੰਦੇ ਬੇਸ਼ਿਆਂ ਨੂੰ ਜਨਮ ਦੇਊਗੀ ਇਹਦੀ ਸੁਰਤ। ਇਹ ਤਾਂ ਇਹਦੀ ਸੁਰਤ ਗਲਤ ਪਾਸੇ ਜਾਊਗੀ। ਉਹ ਜਿਹੜੀ ਹਰੀ ਦੇ ਘਰ ਦੀ ਦਾਸੀ ਹੈ ਨਾ, ਸਿਆਣੀਆਂ ਸੁਚੱਜੀਆਂ ਮਾਵਾਂ ਧੀਆਂ, ਉਹਨਾਂ ਵੱਲ ਇਸ਼ਾਰਾ ਹੈ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਤੇ ਦਿਨੇ 10 ਨੌਹਾਂ ਦੀ ਕਿਰਤ ਕਰਨੀ ਹੈ। ਉਹਨਾਂ ਨੂੰ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਸਿਮਰਦੀਆਂ ਨੇ, ਇਸ ਕਰਕੇ ਉਹਨਾਂ ਨੂੰ ਮਾਣ ਮਿਲਦਾ ਹੈ। ਸੋ ਰਹੋ ਵਿਚਾਰ। 10ਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਔਰੰਗਜ਼ੇਬ ਅਸੀਂ ਤੇਰੀ ਗੁਲਾਮੀ ਨਹੀਂ ਸਹਾਂਗੇ। ਦੁੱਖ ਜਿੰਨੇ ਮਰਜ਼ੀ ਝੱਲ ਲਈਏ, ਸਹਿ ਲਾਂਗੇ ਖਿੜੇ ਮੱਥੇ। ਦੁੱਖ ਤੇ ਸੁੱਖ ਦੋਨੇ ਵਾਹਿਗੁਰੂ ਦਾ ਹੁਕਮ ਹੈ। ਸੋ ਆਪਾਂ ਪੜ੍ਹਿਆ, ਕਦੇ ਮੁੱਖ ਨਾ ਗੁਰਾਂ ਤੋਂ ਮੋੜੀਏ, ਲੱਖਾਂ ਭਾਵੇਂ ਦੁੱਖ ਝੱਲੀਏ। ਆਪਣਾ ਸੁਭਾਅ ਇਹ ਬਣ ਜਾਂਦਾ ਜਦੋਂ ਆਪਾਂ ਸਤਸੰਗ ਨਹੀਂ ਕਰਦੇ, ਗੁਰੂ ਦੀ ਬਾਣੀ ਨਾਲ ਨਹੀਂ ਜੁੜਦੇ। ਦਾਸ ਉਹ ਵੀ ਬੇਨਤੀ ਕਰ ਰਿਹਾ ਸੀ ਵੀ ਇੱਕ ਨੇ ਕਹਿ ਦਿੱਤਾ ਸਰੀਰ ਮੱਚ ਗਿਆ, ਮਰ ਗਿਆ ਬੰਦਾ, ਗੱਲ ਨਿਬੜ ਗਈ। ਪਰ ਗੁਰਬਾਣੀ ਨੇ ਇੱਥੇ ਗੱਲ ਨਹੀਂ ਨਿਬੇੜੀ। ਗੁਰਬਾਣੀ ਨੇ ਇੱਥੇ ਗੱਲ ਨਹੀਂ ਨਿਬੇੜੀ। ਮਹਾਰਾਜ ਜੀ ਕਹਿੰਦੇ ਇਹ ਤਾਂ ਮਕਾਨ ਚੇਂਜ ਹੋਇਆ। ਸਰੀਰ ਦੇ ਵਿੱਚੋਂ ਮਾਲਕ ਨਿਕਲ ਗਿਆ, ਕਿਰਾਏ ਦੇ ਮਕਾਨ ਨੂੰ ਸਿੱਟ ਗਿਆ, ਕਿਰਾਏ ਦਾ ਮਕਾਨ ਛੱਡ ਦਿੱਤਾ ਜਿੰਦ ਨੇ, ਆਤਮਾ ਨੇ, ਤੇ ਦੂਜੇ ਮਕਾਨ ਵਿੱਚ ਜਾ ਕੇ ਪ੍ਰਵੇਸ਼ ਕਰ ਗਈ। ਰਿਕਾਰਡ ਹੈ ਜਿਹੜਾ ਨਾ, ਉਹ ਸਾਡਾ ਆਤਮਾ ਦੇ ਨਾਲ ਚੱਲਿਆ ਗਿਆ, ਸਰੀਰ ਦੇ ਨਾਲ ਰਿਕਾਰਡ ਨਹੀਂ ਹੈਗਾ ਸਾਡਾ। ਇਹਨੂੰ ਸੌਖਾ ਸਮਝਣਾ ਅੱਜ ਦੇ ਯੁੱਗ ਵਿੱਚ ਬੜਾ ਸੌਖਾ ਸਮਝਿਆ ਜਾ ਸਕਦਾ ਹੈ। ਜਿਹੜਾ ਰਿਕਾਰਡ ਹੈ ਨਾ, ਉਹ ਮੋਬਾਈਲ ਦੀ ਬਾਡੀ ਵਿੱਚ ਨਹੀਂ ਹੈਗਾ, ਚਿੱਪ ਦੇ ਵਿੱਚ ਰਿਕਾਰਡ ਹੈ। ਬਾਡੀ ਫੁੱਟ ਗਈ, ਮੋਬਾਈਲ ਦੀ ਬਾਡੀ ਫੁੱਟ ਗਈ, ਮੋਬਾਈਲ ਆਪਣਾ ਖਤਮ ਹੋ ਗਿਆ, ਖਰਾਬ ਹੋ ਗਿਆ, ਚਿੱਪ ਸਹੀ ਸਲਾਮਤ ਹੈ, ਤੇ ਦੂਜੇ ਮੋਬਾਈਲ ਦੇ ਵਿੱਚ ਜਾ ਕੇ ਪਾ ਲਓ, ਸਾਰਾ ਰਿਕਾਰਡ ਦਿਖਾ ਦੂਗੀ। ਜਿੰਨਾ ਚਿਰ ਚਿੱਪ ਹੈ ਉਹਨਾਂ ਚਿਰ, ਜਿੰਨਾ ਪੁਰਾਣੇ ਤੋਂ ਪੁਰਾਣਾ ਰਿਕਾਰਡ ਹੈ, ਚਿੱਪ ਨੇ ਸਾਂਭਿਆ ਹੋਇਆ, ਚਿੱਪ ਨਹੀਂ ਛੱਡਦੀ ਉਸ ਰਿਕਾਰਡ ਨੂੰ। ਉਹਨੂੰ ਜਿੰਨੀ ਮਰਜ਼ੀ ਬਾਡੀਆਂ ਬਦਲ ਕੇ ਪਾਈ ਜਾਓ ਤੇ ਉਹਨੇ ਦਿਖਾਈ ਜਾਣਾ ਰਿਕਾਰਡ। ਬਸ ਆਤਮਾ ਸਾਡੀ ਚਿੱਪ ਹੈ। ਇਹ ਨਾ ਜੰਮਦੀ ਹੈ, ਨਾ ਮਰਦੀ ਹੈ, ਨਾ ਮੱਚਦੀ ਹੈ। ਇਹਨੂੰ ਨਾ ਕੋਈ ਸ਼ਾਸਤਰ ਕੱਟਦਾ, ਨਾ ਪਾਣੀ ਡੋਬਦਾ। ਇਹਨੂੰ ਕਹਿੰਦੇ ਨੇ ਅਮਰ, ਮੌਤ ਤੋਂ ਰਹਿਤ ਹੈ। ਸੋ ਭਾਈ 10ਵੇਂ ਪਾਤਸ਼ਾਹ ਮਹਾਰਾਜ ਕਲਗੀ ਵਾਲੇ ਪਾਤਸ਼ਾਹ, ਪੋਹ ਦਾ ਮਹੀਨਾ, ਇਹ ਜਿਹੜਾ ਮਹੀਨਾ ਹੈ, ਇਸ ਮਹੀਨੇ ਵਿੱਚ ਗੁਰਮੁਖੋ ਯਾਦ ਰੱਖੋ, ਜੇ ਇਸ ਮਹੀਨੇ ਸਿੱਖ ਦੀ ਅੱਖ ਵਿੱਚੋਂ ਹੰਝੂ ਨਹੀਂ ਆਇਆ, ਸਿੱਖ ਦਾ ਦਿਲ ਨਹੀਂ ਰੋਇਆ, ਫਿਰ ਸਮਝ ਲਓ ਗੁਰੂ ਨਾਲ ਪਿਆਰ ਨਹੀਂ ਬਣਿਆ। ਇਹ ਉਹ ਮਹੀਨਾ ਜਿਹੜਾ ਪੱਥਰਾਂ ਨੂੰ ਵੀ ਰੋਣ ਲਾ ਦਿੰਦਾ ਹੈ। ਇਹ ਪੋਹ ਦਾ ਮਹੀਨਾ, ਸ਼ਹਾਦਤ ਦਾ, ਸ਼ਹੀਦਾਂ ਦੇ ਨਾਂ ਇਹ ਮਹੀਨਾ। ਤੇ ਭਾਈ ਜਦੋਂ ਕਲਗੀ ਵਾਲੇ ਪਾਤਸ਼ਾਹ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਪਹੁੰਚੇ ਨੇ, ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜੇ ਸਤਿਗੁਰਾਂ ਨੇ ਜ਼ਿਆਦਾ ਸਮਾਂ ਕਿਤੇ ਬਤੀਤ ਕੀਤਾ, 9 ਮਹੀਨਿਆਂ ਤੋਂ ਕੁਝ ਦਿਨ ਉੱਪਰ, ਉਹ ਸਾਬੋ ਕੀ ਤਲਵੰਡੀ। ਹੋਰ ਕਿਤੇ ਵੀ ਮਹਾਰਾਜ ਆਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ 9 ਮਹੀਨੇ ਨਹੀਂ ਕਿਤੇ ਟਿਕੇ। ਥੋੜਾ ਸਮਾਂ ਕਿਤੇ ਲਾਉਣਾ, ਕਿਤੇ 10 ਦਿਨ ਲਾਉਣੇ, ਕਿਤੇ ਮਹੀਨਾ ਲਾਉਣਾ, ਕਿਤੇ 2 ਮਹੀਨੇ ਲਾਉਣੇ। ਇਸ ਤਰ੍ਹਾਂ ਮਹਾਰਾਜ ਸੰਗਤਾਂ ਨੂੰ ਤਾਰਦੇ ਗਏ।
पर जो साबो की तलवंडी पहुंचे ना दमदमा साहब, इत्थे महाराज ने बड़े कारज किए। कारज तो कोई भी छोटा नहीं सी महाराज का, पर इत्थे भाई मनी सिंह जी पासों, बाबा दीप सिंह जी पासों गुरु ग्रंथ साहब महाराज जी के स्वरूप लिखवाने संपूर्णता, जिस दे विच कलगी वाले पातशाह ने 9वें सतगुरां दी बाणी राग माला ते तेरा कीता जातो नाही मैनो जोग की तोई, गुरु अर्जन देव साहब महाराज जी के शब्द, ये जो बाणी रहिंदी सी महाराज ने वो गुरबाणी गुरु ग्रंथ साहब दे विच लिखवा के संपूर्ण गुरु ग्रंथ साहब महाराज जी के अमृत स्वरूप आपां नूं बख्शिश कीते। इत्थे ही सतगुरां ने वो 48 ਸਿੰਘਾਂ नूं जिन्हां ने बिना नागा नितनेम गुरु की बाणी सरवण की सरोते बन के अर्थां समेत, जिस दे विच भाई मनी सिंह ते बाबा दीप सिंह मोहरी सी। सतगुरां ने जिस दिन संपूर्णता दिवस की अरदास हुई 48 ਸਿੰਘਾਂ के नाम बुलाए भाई दया सिंह होरां पासों। 48 ਸਿੰਘ जो कहते उठ के खड़े हो जाओ, उठ के खड़े हो गए। संगत हैरान है भी कलगी वाले पातशाह की आखणगे, कौतक की है, क्योंकि जिहड़े शरधावान गुरसिख वो वेखते ने गुरु का कौतक की है, गुरु जी साडा भला कर रहे ने। तो जदों उठ के खड़े होए कलगी वाले पातशाह ने उंगल का इशारा करके 48 ਸਿੰਘਾਂ वल, ਸਿੰਘੋ हाँ महाराज, कहते मेरे 48 जीवन मुक्त जिउंदे मुक्त। खिदराने की ढाब ते तां 40 नूं महाराज वर दे के आए ने ना, मेरे 40 मुक्त, मेरे 40 मुक्त। ते इत्थे वो शरीर छड्ड गए सी, भाई महा सिंह होरी शरीर छड्ड गए सी, चिखा दे विच रख के आख्या सी मेरे मेरे 40 मुक्त, मेरे 40 मुक्त। पर खदराने की ढाब तो आके सतगुरु जी साबो की तलवंडी भाग लाउंदे ने, ते इत्थे महाराज जी कहंदे मेरे 48 मुक्त, मेरे 48 जिउंदे मुक्त। गुरबाणी विच ये पावर है। महाराज जी ने बचन लिखे ने, कहंदे सिखा तू शंका ना करी। बड़े बड़े सबूत दिते ने महाराज ने, ताकि सिख जिहड़ा महाराज नूं पता भी ये शंका करेगा, इहदा भरोसा बन जावे, इहदी शरधा बन जावे। सतगुरां ने लिख दिता, कोई गावे को सुने हर नामा चित लाए। कहंदे गुरु की बाणी नूं कोई गाउंदा है चित ला के, कोई सुनदा है चित ला के। कोई गावे को सुने हर नामा चित लाए। अगला बचन की लिखा महाराज ने वो सुनो, कहो कबीर संसा नहीं। कहंदे वेखियो सिखा बैठा शंके ना करी जाई, करना कुछ नहीं ते शंके ते शंका करी जाना। कहो कबीर संसा नहीं, कहंदे शंके वाली बात नहीं, भरम वाली बात नहीं। जिहड़ा गुरबाणी नूं चित ला के गावेगा, गुरबाणी नूं चित ला के सुनेगा, हरि दे नाम नूं चित ला के जपेगा, कहंदे अंत परमगत पाए, अंत नूं कहंदे मुक्त होवेगा। लिख के दिता होया महाराज ने, कला ये नहीं भी एवं गल्लां ने, प्रैक्टिकल भी करके दिखाया सब कुछ। सो साध संगत हुण आपां नूं ये सोचना चाहिए, समा बीतदा जांदा है, समा बीतदा जांदा है, उम्र लंघ जानी है, औध घट है, दिन सरहण आ रहे मन गुरमिल काज सवारे। बच्चा खेड रहा है बुलबुले दे नाल, इउं बुलबुला हत्थ विच फड़िया होया बच्चा खेड रहा है, ते एकदम बच्चा रोन लगदा है। कहंदे की हो गया? कहंदा मम्मा बुलबुला फुट गया, होर लैके दे दिओ। ते हुण अपने शरीर नूं की कहा होया महाराज ने बाणी विच, कहंदे बच्चे कोल ओ रबड़ दा बुलबुला है ते आ तेरा शरीर भी बुलबुला है बंदिया, आखो सतनाम श्री वाहिगुरू। वेखो बचन लिखे हुए, जैसे जल ते बुदबुदा, बुदबुदे दा अर्थ है बुलबुला। उपजै बिनसै नीत जग रचना तैसे रची। आ जग दी रचना कहंदे ओ बुलबुले वर्गी हो है। कहो नानक सुन मीत, ऐ मेरे मित्र कान खोल के सुन लै, बुलबुला किसी वेले भी फुट सकता है। वो बाणी बाण शब्दां दे मार दी, लगदे कर्मां वालियां नूं। बाणी बाण शब्दां दे लगदे कर्मां वालियां नूं। बाणी बाण शब्दां दे मार दी, लगदे कर्मां वालियां नूं। बाणी बाण शब्दां
बाण लगदे कर्मा वालियां नूं बाणी बाण शब्दां दे मारदी लगदे कर्मा वालियां नूं बाणी बाण शब्दां दे मारदी लगदे कर्मा वालियां बाणी बाण शब्दां दे मारदी लगदे कर्मा वालियां बाणी बाण शब्दां दे मारदी लगदे कर्मा वालियां बाणी बाण शब्दां दे मारदी लगदे कर्मा वालियां। ਉਹ ਕਿਹੜਾ ਬਾਣ ਹੈ ਜਿਹੜਾ ਗੁਰਬਾਣੀ ਮਾਰ ਰਹੀ ਹੈ? ਮਹਾਰਾਜ ਜੀ ਕਹਿੰਦੇ ਗੁਰੂ ਜੀ ਕੋਲ ਗੁਰਬਾਣੀ ਕੋਲ ਬਾਣ ਹੈ ਪ੍ਰੇਮ ਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੈ ਜਰੀਆ। ਜਿਨ੍ਹਾਂ ਨੂੰ ਪ੍ਰੇਮ ਦੀ ਪਿਆਰ ਦੀ ਪੀੜਾ ਲੱਗ ਗਈ ਕਹਿੰਦੇ ਉਸ ਪੀੜਾ ਨੂੰ ਉਹੀ ਜਾਣ ਸਕਦਾ ਹੈ। ਗੁਰੂ ਦੇ ਨਾਲ ਪਿਆਰ, ਗੁਰਬਾਣੀ ਨਾਲ ਪਿਆਰ, ਇਹ ਸਮਾਂ ਕੱਢਣਾ ਪੈਂਦਾ ਪਿਆਰਿਓ। ਜਿਵੇਂ ਆਪਾਂ ਜ਼ਿੰਦਗੀ ਭਰ ਦੇ ਕੰਮ ਧੰਦਿਆਂ ਦਾ ਟਾਈਮ ਟੇਬਲ ਬਣਾਇਆ ਹੁੰਦਾ ਨਾ ਵੀ ਇਸ ਵੇਲੇ ਪ੍ਰਸ਼ਾਦਾ ਬਣਾਉਣਾ, ਇਸ ਵੇਲੇ ਛਕਣਾ, ਇਸ ਵੇਲੇ ਖੇਤ ਜਾਣਾ, ਇਸ ਵੇਲੇ ਦਫ਼ਤਰ ਜਾਣਾ, ਇਸ ਵੇਲੇ ਸਕੂਲ ਜਾਣਾ, ਟਾਈਮ ਟੇਬਲ ਹੈ ਨਾ, ਫੇਰ ਹੀ ਸਮਾਜ ਵਿੱਚ ਅੱਗੇ ਵੱਧਦੇ ਹਾਂ। ਜੇ ਧਰਮ ਦੀ ਦੁਨੀਆ ਵਿੱਚ ਅੱਗੇ ਵਧਣਾ ਹੈ ਨਾ ਤੇ ਫਿਰ ਅੰਮ੍ਰਿਤ ਵੇਲੇ ਜਾਗਣਾ ਪੈਣਾ, ਟਾਈਮ ਟੇਬਲ ਬਣਾਉਣਾ ਪੈਣਾ, ਨਿਤਨੇਮ ਦਾ, ਇਤਿਹਾਸ ਪੜ੍ਹਨ ਦਾ, ਗੁਰਬਾਣੀ ਪੜ੍ਹਨ ਦਾ। ਉਸ ਤਰ੍ਹਾਂ ਸਾਧ ਸੰਗਤ ਮਹਾਰਾਜ ਜੀ ਕਹਿੰਦੇ ਗੱਲਾਂ ਬੜੀਏ ਦੁਨੀਆ ਕਰੇਗੀ, ਇੱਕ ਫਿਰ ਹੈ ਘਨੇਰੇ ਕਰਹਿ ਗੱਲਾਂ ਗੱਲੀ ਕਿਹਨੇ ਨਾ ਪਾਇਆ। ਗੱਲਾਂ ਦਾ ਤਾਂ ਇਹ ਮਾਰਗ ਹੀ ਨਹੀਂ ਹੈ, ਇਹ ਤਾਂ ਕਮਾਈ ਦਾ ਮਾਰਗ ਹੈ ਭਾਈ, ਕਮਾਉਣ ਦਾ ਮਾਰਗ ਹੈ। ਸੋ ਕਲਗੀ ਵਾਲੇ ਪਾਤਸ਼ਾਹ ਜਦੋਂ ਅੱਜ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ, ਧਿਆਨ ਦਿਓ ਅੱਜ ਦੇ ਸਮੇਂ ਆ ਜਿਹੜਾ ਮਹੀਨਾ ਚੱਲ ਰਿਹਾ ਹੈ, ਇਸ਼ਾਰੇ ਮਾਤਰ ਗੱਲ ਕਰਾਂਗਾ। ਦੀਵਾਨ ਸਜਿਆ ਪਿਛਲਾ ਪਹਿਰ ਦਾ, ਇਉਂ ਕਹਿ ਲਓ ਵੀ ਪਿਛਲੇ ਪਹਿਰ ਦੇ 4 ਵਜੇ ਨੇ। ਜਦੋਂ 4 ਵਜੇ ਬਹੁਤ ਸੰਗਤਾਂ ਇਲਾਕੇ ਦੀਆਂ ਇਕੱਠੀਆਂ ਹੋ ਕੇ ਨਾਮ ਬਾਣੀ ਦਾ ਸੇਵਾ ਸਿਮਰਨ ਦਾ ਕੁੰਭ ਚੱਲ ਰਿਹਾ ਹੈ। ਵਡਭਾਗੇ ਬਣ ਰਹੇ ਨੇ ਗੁਰਮੁਖੋ ਦਾਨ ਪੁੰਨ ਕਰਕੇ। ਤੇ ਇਉਂ ਜਦੋਂ ਸ਼ਾਂਤਮਈ ਮਾਹੌਲ ਬਣਿਆ, ਕਲਗੀ ਵਾਲੇ ਪਾਤਸ਼ਾਹ ਕਥਾ ਸਰਵਣ ਕਰਾ ਰਹੇ ਨੇ, ਸਿੱਖ ਸੰਗਤਾਂ ਹੰਸ ਬਣ ਕੇ ਮੋਤੀ ਚੁਗ ਰਹੀਆਂ ਨੇ ਨਾਮ ਰੂਪੀ ਸਿਮਰਨ ਰੂਪੀ। ਅਚਨਚੇਤ ਇੱਕ ਪਾਸੇ ਮਾਈ ਲੋਕ ਬੈਠੇ ਨੇ, ਇੱਕ ਪਾਸੇ ਭਾਈ ਲੋਕ ਬੈਠੇ ਨੇ, ਵਿਚਕਾਰ ਦੀ ਰਸਤਾ ਬਣਿਆ, ਉੱਚੀ ਸਟੇਜ ਲੱਗੀ ਹੈ। ਤੇ ਜਦੋਂ ਬਿਲਕੁਲ ਸ਼ਾਂਤਮਈ ਮਾਹੌਲ, ਚੁੱਪ ਵਰਤੀ ਹੋਈ ਹੈ, ਕਲਗੀ ਵਾਲੇ ਪਾਤਸ਼ਾਹ ਅੰਮ੍ਰਿਤ ਬਚਨ ਸੁਣਾ ਰਹੇ ਨੇ ਤੇ ਕਥਾ ਕਰ ਰਹੇ ਨੇ। ਭਾਈ ਆ ਜਿਹੜਾ ਆਪਾਂ ਨੂੰ ਸਰੀਰ ਮਿਲਿਆ ਨਾ, ਇਹ ਸਰੀਰ ਦੀ ਵੈਲਿਊ ਕਿਸੇ ਉਮਰ ਨਾਲ ਨਹੀਂ ਹੁੰਦੀ। ਇਹ ਬਚਨ ਚੱਲ ਰਹੇ ਸੀ ਵੀ ਕੌਣ ਕਿੰਨੀ ਉਮਰ ਦਾ ਹੋ ਕੇ ਸੰਸਾਰ ਤੋਂ ਗਿਆ। ਜੇ ਕੋਈ 100 ਸਾਲ ਦਾ ਹੋ ਕੇ ਸੰਸਾਰ ਤੋਂ ਗਿਆ, ਇਹਦਾ ਭਾਵ ਇਹ ਨਹੀਂ ਹੈ ਵੀ ਉਹ ਕੋਈ ਬਹੁਤ ਚੰਗਾ ਮਨੁੱਖ ਸੀ। ਜੇ ਉਹਨੇ ਜ਼ਿੰਦਗੀ ਵਿੱਚ ਕੋਈ ਨੇਕ ਕਰਮ ਨਹੀਂ ਕੀਤਾ ਤਾਂ ਉਹ 100 ਸਾਲ ਦਾ ਹੋ ਕੇ ਦੁਨੀਆਦਾਰ ਉਹਨੂੰ ਕਹਿੰਦੇ ਬਹੁਤ ਵੱਡੀ ਉਮਰ ਲੈ ਗਿਆ, ਪਰ ਗੁਰੂ ਦੀ ਨਜ਼ਰ ਵਿੱਚ ਛੋਟਾ ਰਹਿ ਗਿਆ। ਜੇ ਕੋਈ ਕਹਿੰਦੇ 5 ਸਾਲ ਤੇ 7 ਸਾਲ ਤੇ 9 ਸਾਲ ਤੇ 17 ਸਾਲ ਤੇ 19 ਸਾਲ ਦਾ ਸੰਸਾਰ ਵਿੱਚੋਂ ਜਾਂਦਾ, ਇਸ਼ਾਰਾ ਸੀ ਗੁਰੂ ਕੇ ਲਾਲਾਂ ਵੱਲ, ਭਗਤ ਧਰੂ ਜੀ ਵੱਲ, ਭਗਤ ਪ੍ਰਹਿਲਾਦ ਜੀ ਵੱਲ। ਜਦੋਂ ਭਗਤ ਧਰੂ ਜੀ ਘਰੋਂ ਨਿਕਲੇ ਬੰਦਗੀ ਕਰਨ ਵਾਸਤੇ, ਇਤਿਹਾਸ ਕਹਿੰਦਾ ਉਮਰ 5 ਸਾਲ ਦੀ ਸੀ। 5 ਸਾਲ ਦੀ ਉਮਰ ਸੀ ਧਰੂ ਭਗਤ ਜੀਆਂ ਦੀ। ਜੇ ਉਮਰਾਂ ਦੇ ਵਿੱਚ ਕੁਝ ਰੱਖਿਆ ਤਾਂ ਫਿਰ ਪੂਰੇ ਵਿਸ਼ਵ ਨੂੰ, ਆਲ ਵਰਲਡ ਨੂੰ ਮਹਾਰਾਜ ਨੇ ਬਾਣੀ ਵਿੱਚ ਕਹਿ ਦਿੱਤਾ। ਭਾਵੇਂ ਕੋਈ PhD ਕਰੀ ਬੈਠਾ, ਭਾਵੇਂ ਕੋਈ ਅਨਪੜ੍ਹ ਹੈ, ਕਹਿੰਦੇ ਜੇ ਤੂੰ ਪ੍ਰਮਾਤਮਾ ਦੀ ਬੰਦਗੀ ਕਰਨੀ ਹੈ ਨਾ ਤਾਂ ਫਿਰ ਕਹਿੰਦੇ ਇਉਂ ਕਰ, राम जपो जी ऐसे ऐसे तू प्रहलाद जपयो हर जैसे। राम जपो जी ऐसे ऐसे तू प्रहलाद जपयो हर जैसे। राम जपो जी ऐसे ऐसे तू प्रहलाद जपयो हर जैसे। राम जपो
जी ऐसे ऐसे तू प्रहलाद जपयो हर जैसे। जी ऐसे ऐसे तू प्रहलाद जपयो हर जैसे। जी ऐसे ऐसे तू प्रहलाद जपयो हर जैसे। कहते जे परमात्मा की बंदगी करनी है ना, कहते ध्रुव भगत जी वांगू प्रहलाद जी वांगू कर। उम्र किन्नी 5 ते 7 साल, ध्रुव जियां दी 5 ते प्रहलाद जियां दी 7 साल। पर पूरी दुनिया नूं गुरमुखो ये दस दिता भी जिथे वाहिगुरू का प्यार है ना, उत्थे दुनिया एक पासे हो जाए, रब का भगत नहीं फिर अपने धर्म नूं छड्डदा, गुरु तो बेमुख नहीं हुंदा। बस आपां सिक्ख्या लैनी है भी वो तो 5 ते 7 साल ते 7 ते 9 साल 17 ते 19 साल इहदे विच ही उन्होंने आल वर्ल्ड नूं दस दिता भी धर्म की है, साध संगत सच ते पहरा देना की है। तो आपां 80 साल की एवरेज ते 70 साल के 60 साल के बैठे हाँ, अज तक सोचा भी नहीं। समा पता नहीं कदों बीत जे, कदों वो वेला आ जाए। वाहिगुरू दे घरों सद्दा आउंदियां किते टाइम लगदा है, तैयारी कोई भी नहीं की। सो इस करके ये सानू वेखना चाहिए, ध्यान देना चाहिए, किते एवें व्यर्थ ना चलिया जाए मनुखा शरीर धारण किया होया। कलगी वाले पातशाह कहते उम्र की गल नहीं हुंदी, गल गुणा की हुंदी है भाई। कपड़े की गल नहीं हुंदी, सिउने की गल नहीं हुंदी, धरती की गल नहीं हुंदी, लोहे की गल नहीं हुंदी, किहदे कोले किन्ना है। गल तो शुभ गुणा की है भी गुण किन्ने ग्रहण कीते ने, बुराइयां किन्नियां इकट्ठियां करी फिरदे आ, चंगाई कोई इकत्तर कीती है कि नहीं कीती, इन्हां चीज़ों का ध्यान देना चाहिए। मनुख की जिहड़ी गुरु के दर ते प्रवानता है वो गुणा ते अवगुणा करके है। अवगुण ज्यादा ने तो नहीं प्रवान हो सकता, गुण ज्यादा ने चंगियाइयां ज्यादा ने तो गुरु के दर ते प्रवान हुंदा है। गुरु अपने सिख के हिरदे की शुद्धता वेखदा है। ये बचन चल रहे ने, इन्ने नूं की होया, दिल्ली तो संगत आई है जिस दे विच माता साहिब कौर जी, माता सुंदर कौर जी, भाई ते होर नाल गुरु के सिख ने। ते जदों संगत आई है एकदम सारी संगत का ध्यान उधर नूं चलिया गया। माता सुंदर कौर ते माता साहिब कौर, हुण मां दा रोल थोड़ी जी विचार मां ते आउणी है इस इतिहास विच। ते जदों माता सुंदर कौर जी, माता साहिब कौर जी अंदर चाह, बहुत समा हो गया कलगी वाले पातशाह नूं, पति परमेश्वर गुरु जियां नूं मिलिया नूं, अज दर्शन करके बड़भागे बनांगे। अगला मन विच चाह की सी, लालां दे दर्शन करांगे, पुत्रां दे दर्शन करांगे, बाबा अजीत सिंह ते बाबा जुझार सिंह, बाबा जोरावर सिंह ते बाबा फतेह सिंह होरां दे दर्शन करांगे, चुक के गोद विच खिडावांगे ते मत्थे चुम्मांगे। खबर नहीं सी पहुंची, इतिहास कहंदा है माता जी होरां कोले खबर नहीं सी पहुंची दिल्ली भी तुहाडे चारों लाल संसार ते शरीर करके नहीं रहे, वो सदा वास्ते तुहाडे तो विछड़ गए ने। चाह सी, आउंदियां सार नमस्कार कीती, कलगी वाले पातशाह दे चरनां ते हाथ जोड़ के खड़ गए। सज्जे वेख्या खब्बे वेख्या, अंतरजामी सतगुरु जान गए, साध संगत जानते ने। ते एकदम जदों सन्नाटा छा गया, सारी संगत चुप कर गई, पता चल गया भी सतगुरां दे महल ने। उस वेले साध संगत सज्जे खब्बे वेख के कलगी वाले पातशाह कहंदे सुंदर कौर, क्योंकि दुनिया की कोई ऐसी मां नहीं जे चिरां बाद घर आवे भी उन्होंने सब तो प्यारी वस्तु की हुंदी है, उहदा पुत्त हुंदा है। अपने पुत्त नूं गाल नाल ला के उहदे कलेजे ठंड पैंदी है। सुंदर कौर की वेख रहे हो, साहिब कौर की वेख रहे हो। माता सुंदर कौर जी कहंदे कलगी वालिया सच्चे पातशाह किधर गए साडे लाल प्यारे, किधर गए मेरे अखियां दे तारे, किधर गए साडे लाल प्यारे, किधर गए साडे अखियां दे तारे, किधर गए साडे लाल प्यारे, किधर गए साडे अखियां दे तारे, किधर गए जी साडे राज दुलारे, किधर गए जी साडे
ਅੱਖੀਆਂ ਦੇ ਤਾਰੇ ਸਾਡੇ ਰਾਜ ਦੁਆਰੇ ਸਾਡੇ ਅੱਖੀਆਂ ਦੇ ਤਾਰੇ ਸਾਡੇ ਲਾਲ ਪਿਆਰੇ ਕਿਧਰ ਗਏ ਸਾਡੇ ਅੱਖੀਆਂ ਦੇ ਤਾਰੇ। ਸੱਚੇ ਪਾਤਸ਼ਾਹ ਸਾਡੇ ਰਾਜ ਦੁਲਾਰੇ ਸਾਹਿਬਜ਼ਾਦੇ ਕਿੱਥੇ ਨੇ? ਖੇਡਣ ਗਏ ਨੇ ਜਾਂ ਕਿਤੇ ਆਰਾਮ ਕਰਦੇ ਨੇ, ਥੱਕੇ ਨੇ? ਸਾਨੂੰ ਜਲਦੀ ਦੱਸੋ ਮਹਾਰਾਜ, ਸਾਹਿਬਜ਼ਾਦੇ ਪੁੱਤਰ ਨਹੀਂ ਦਿਸ ਰਹੇ, ਕਿੱਥੇ ਨੇ? ਦੱਸੋ ਜਲਦੀ। ਕਲਗੀ ਵਾਲੇ ਪਾਤਸ਼ਾਹ ਚੁੱਪ ਕਰ ਗਏ, ਸਾਰੀ ਸੰਗਤ ਚੁੱਪ ਕਰ ਗਈ, ਕਿਉਂਕਿ ਜਿਹੜੀ ਚੀਜ਼ ਆਪਣੇ ਕੋਲ ਹੁੰਦੀ ਆ ਆਪਾਂ ਝੱਟ ਦੇਣੇ ਕਹਿ ਦਾਂਗੇ ਵੀ ਉਹ ਪਈ ਆ, ਉੱਥੇ ਹੈ, ਫਲਾਣੀ ਥਾਂ ਤੇ ਹੈ। ਜਿਹੜੀ ਚੀਜ਼ ਕੋਲ ਹੈ ਨਹੀਂ, ਬੰਦਾ ਅੱਗੋਂ ਪੁੱਛੇ ਤੇ ਫਿਰ ਆਪਾਂ ਨੂੰ 1000 ਵਾਰ ਸੋਚਣਾ ਪੈਂਦਾ ਜਵਾਬ ਕੀ ਦੇਈਏ। ਜਵਾਬ ਦੇਣਾ ਸੌਖਾ ਨਹੀਂ ਸੀ। ਸਾਡੀ ਖਾਤਰ ਕਲਗੀ ਵਾਲੇ ਪਾਤਸ਼ਾਹ ਨੇ ਪੂਰੇ ਪਰਿਵਾਰ ਨੂੰ ਵਾਰ ਕੇ, ਪਤਾ ਨਹੀਂ ਕਿੱਡਾ ਵੱਡਾ ਜਿਗਰਾ ਹੋਣਾ ਪਾਤਸ਼ਾਹ ਦਾ ਵੀ ਮੈਂ ਆਪਣੇ ਧੀਆਂ ਪੁੱਤਰਾਂ ਨੂੰ ਸੁੱਖ ਬਖਸ਼ ਦਿਆਂ। ਬਖਸ਼ੇ ਨੇ ਸੁੱਖ, ਲੁਕੋਇਆ ਨਹੀਂ ਕੁਛ। ਤੇ ਆਪਾਂ ਉਹਨਾਂ ਦੀ ਕਦਰ ਕਿੰਨੀ ਕਰ ਰਹੇ ਹਾਂ ਇਹ ਆਪਣੇ ਤੇ ਡਿਪੈਂਡ ਕਰਦਾ ਹੈ। ਸਮੇਂ ਸਮੇਂ ਤੇ ਜਿਵੇਂ ਜਿਵੇਂ ਆਪਣਾ ਸੰਸਾਰ ਤੇ ਲੋਕ ਆਈ ਜਾਣਗੇ ਜਾਈ ਜਾਣਗੇ, ਕੱਲਾ ਕੱਲਾ ਜ਼ਿੰਮੇਵਾਰ ਹੈ ਉਸ ਚੀਜ਼ ਦਾ, ਇਹ ਤੋਂ ਬਚਿਆ ਨਹੀਂ ਜਾ ਸਕਦਾ। ਪੁੱਛਣਾ ਕਲਗੀ ਵਾਲੇ ਪਾਤਸ਼ਾਹ ਨੇ ਜਦੋਂ ਪੇਸ਼ੀ ਹੋਵੇਗੀ ਦਰਗਾਹ ਦੇ ਵਿੱਚ ਨਾ, ਜਿੰਦ ਦੀ ਆਤਮਾ ਦੀ, ਪੁੱਛਣਾ ਵੀ ਦੱਸ ਉੱਥੇ ਜਾ ਕੇ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦਾ ਰਿਹਾ। ਸੋ ਇਉਂ ਜਦੋਂ ਮਾਤਾ ਜੀ ਹੋਰਾਂ ਨੇ ਪੁੱਛਿਆ, ਸਭ ਸੰਗਤ ਚੁੱਪ ਕਰ ਗਈ। ਸਤਿਗੁਰਾਂ ਦੀ ਹਜ਼ੂਰੀ ਵਿੱਚ ਖੜੇ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਗੁਰੂ ਕੇ ਪਿਆਰੇ ਸਿੱਖ, ਉਹ ਚੁੱਪ ਕਰ ਗਏ। ਕਈ ਸੰਗਤਾਂ ਤਾਂ ਬਰਾਗਵਾਨ ਹੋ ਗਈਆਂ ਵੀ ਮਾਤਾ ਜੀ ਹੋਰਾਂ ਨੇ ਐਡਾ ਵੱਡਾ ਸਵਾਲ ਕੀਤਾ, ਤੇ ਉਹਨਾਂ ਦੇ ਅੱਖਾਂ ਵਿੱਚੋਂ ਹੰਝੂ ਆਪ ਮਹਾਰੇ ਤੁਰ ਗਏ, ਤੇ ਚੁੰਨੀਆਂ ਨਾਲ ਮਾਵਾਂ ਭੈਣਾਂ ਅੱਖਾਂ ਪੂੰਝ ਰਹੀਆਂ ਨੇ। ਤੇ ਇੱਧਰ ਪਿਆਰ ਵਾਲੇ ਗੁਰਸਿੱਖ ਬਰਾਗ ਆ ਗਿਆ ਵੀ ਮਾਤਾ ਜੀ ਹੋਰਾਂ ਨੇ ਸਵਾਲ ਵੱਡਾ ਕੀਤਾ, ਪਾਤਸ਼ਾਹ ਜਵਾਬ ਕੀ ਦੇਣਗੇ। ਦੂਜੀ ਵਾਰ ਕਿਹਾ, ਸੱਚੇ ਪਾਤਸ਼ਾਹ ਦੱਸਦੇ ਕਿਉਂ ਨਹੀਂ, ਛੇਤੀ ਦੱਸੋ, ਅਸੀਂ ਪੁੱਤਰਾਂ ਨੂੰ ਮਿਲਣਾ ਹੈ, ਚਿੱਤ ਕਾਹਲਾ ਪੈ ਰਿਹਾ। ਮਹਾਰਾਜ ਨਹੀਂ ਬੋਲੇ ਦੂਜੀ ਵਾਰ ਵੀ, ਕਿਉਂਕਿ ਮਾਂ ਦੇ ਅੰਦਰ ਸਾਧ ਸੰਗਤ, ਹੁਣ ਉਹ ਵੀ ਸਮਾਂ ਸੀ ਜਦੋਂ ਗੁਰੂ ਕੇ ਲਾਲਾ ਨੇ ਮਾਤਾ ਜੀਤ ਕੌਰ ਜੀ ਜਦੋਂ ਅਨੰਦਪੁਰ ਸਾਹਿਬ ਚੜ੍ਹਾਈ ਕਰ ਗਏ ਨੇ, ਇੱਕ ਮਾਂ ਦਾ ਵਿਛੋੜਾ, ਇੱਧਰੋਂ ਪੁੱਤਰਾਂ ਦਾ ਵਿਛੋੜਾ। ਤੇ ਸਾਧ ਸੰਗਤ ਮਾਤਾ ਜੀਤ ਕੌਰ ਜੀ ਜਦੋਂ ਚੜ੍ਹਾਈ ਕਰ ਗਏ ਨੇ, ਪਤਾ ਨਹੀਂ ਦੁਨੀਆ ਤੇ ਕਿੰਨੇ ਬੱਚੇ ਨੇ। ਮੈਂ ਸ਼ੁਰੂ ਵਿੱਚ ਆਖਿਆ ਸੀ ਉਹ ਜਿਨ੍ਹਾਂ ਦੇ ਘਰ ਆ ਬਜ਼ੁਰਗ ਸਾਇਆ ਸਿਰ ਤੇ ਬੈਠਾ ਹੈ, ਸਿਰ ਤੇ ਹੱਥ ਹੈ, ਬਹੁਤ ਵਡਭਾਗੇ ਨੇ ਉਹ ਪਰਿਵਾਰ, ਉਹ ਬੱਚੇ। ਤੇ ਜਿਨ੍ਹਾਂ ਦੇ ਉਹ ਸਾਇਆ ਤੁਰ ਗਿਆ ਨਾ, ਬਜ਼ੁਰਗਾਂ ਦਾ, ਵੱਡਿਆਂ ਦਾ, ਮਾਂ ਦਾ, ਪਿਓ ਦਾ, ਦਾਦੇ ਦਾ, ਦਾਦੀ ਦਾ, ਬਹੁਤ ਪਰਿਵਾਰ ਨੇ ਐਸੇ ਜਿਨ੍ਹਾਂ ਤੋਂ ਤੁਰੀ ਜਾਂਦੇ ਨੇ। ਕੋਈ 50 ਸਾਲ ਦੀ ਉਮਰੇ ਤੁਰ ਗਿਆ, ਕੋਈ 70 ਸਾਲ ਦੀ ਉਮਰੇ ਤੁਰ ਗਿਆ, ਕੋਈ 80 ਦਾ ਤੁਰ ਗਿਆ, ਤੁਰੀ ਜਾਂਦੇ ਨੇ। ਤੇ ਸਾਧ ਸੰਗਤ ਉਹਨਾਂ ਪਰਿਵਾਰਾਂ ਦੇ ਹਾਲ ਬਹੁਤ ਔਖੇ ਨੇ, ਵੇਖੇ ਨਹੀਂ ਜਾਂਦੇ। ਜਿਨ੍ਹਾਂ ਧੀਆਂ ਦੀਆਂ ਮਾਵਾਂ ਤੁਰ ਗਈਆਂ, ਹੁਣ ਇੱਕ ਮਾਂ ਤੇ ਧੀ ਦਾ ਜਿਹੜਾ ਰਿਸ਼ਤਾ, ਉਹ ਕਿੰਨਾ ਇੱਕ ਸਾਧ ਸੰਗਤ ਪਿਆਰ ਵਾਲਾ ਰਿਸ਼ਤਾ ਹੈ ਤੇ ਗੂੜਤਾ ਦਾ ਰਿਸ਼ਤਾ ਹੈ। ਸਾਰੇ ਦੁੱਖਾਂ ਤੇ ਸੁੱਖਾਂ ਦੀ ਸਾਂਝ ਧੀ ਜਦੋਂ ਮਾਂ ਨਾਲ ਜਦੋਂ ਉਹ ਸ਼ੇਅਰ ਕਰਦੀ ਹੈ, ਉਹਨੂੰ ਸਕੂਨ ਮਿਲਦਾ, ਉਹਨੂੰ ਠੰਡ ਮਿਲਦੀ ਹੈ, ਮੈਂ ਆਪਣੀ ਮਾਂ ਨਾਲ ਗੱਲ ਕੀਤੀ ਹੈ। ਜਾਂ ਜਦੋਂ ਪੇਕੇ ਰਹਿੰਦੀਆਂ ਧੀਆਂ, ਉਦੋਂ ਮਾਵਾਂ ਕਿੰਨਾ ਕਿੰਨਾ ਪਿਆਰ ਬਖਸ਼ਦੀਆਂ ਨੇ ਆਪਣੀਆਂ ਧੀਆਂ ਨੂੰ। ਤੇ ਸਾਧ ਸੰਗਤ ਜਦੋਂ ਮਾਵਾਂ ਸੰਸਾਰ ਤੋਂ ਤੁਰਦੀਆਂ ਨੇ ਨਾ, ਤਾਂ ਫਿਰ ਭਾਵੇਂ ਧੀਆਂ ਵੱਡੀਆਂ ਹੀ ਹੋਣ, ਜੇ 60 ਸਾਲ ਦੀ ਧੀ ਹੈ, 80 ਸਾਲ ਦੀ ਮਾਂ ਹੈ, ਉਹ ਤਾਂ ਫਿਰ ਵੀ ਨਹੀਂ ਕਹਿੰਦੀ ਵੀ ਤੂੰ ਤੁਰ ਜਾ, ਨਹੀਂ, ਉਹ ਤਾਂ ਪਿਆਰ ਦਾ ਬੋਹੜ ਹੈ ਮਾਂ ਤਾਂ, ਪਿਓ ਵੀ, ਦੋਨੋਂ ਹੀ। ਤੇ ਸਾਧ ਸੰਗਤ ਫਿਰ ਉਹ ਧੀਆਂ ਉਹ ਪੁੱਤ ਕੀ ਕਹਿੰਦੇ ਨੇ ਸੰਸਾਰ ਤੇ, ਇਹ ਸੁਣੋ ਪ੍ਰੇਮ ਦੇ ਨਾਲ। ਇਉਂ ਕਹਿੰਦੀਆਂ ਨੇ ਉਹ ਧੀਆਂ ਜਿਨ੍ਹਾਂ ਦੀਆਂ ਤੁਰ ਗਈਆਂ ਗੁਰਮੁਖੋਂ। ਤੇਰੇ ਜਾਣ ਤੋਂ ਮਗਰੋਂ ਮਾਂ ਮੈਨੂੰ ਜਾਪੇ ਜਗ ਹਨੇਰਾ, ਤੇਰੇ ਜਾਣ ਤੋਂ ਮਗਰੋਂ ਮਾਂ ਮੈਨੂੰ ਜਾਪੇ ਜਗ ਹਨੇਰਾ, ਤੇਰੇ ਜਾਣ ਤੋਂ ਮਗਰੋਂ ਮਾਂ ਮੈਨੂੰ ਜਾਪੇ ਜਗ ਹਨੇਰਾ, ਤੇਰੇ ਜਾਣ ਤੋਂ ਮਗਰੋਂ ਮਾਂ ਮੈਨੂੰ ਜਾਪੇ ਜਗ ਹਨੇਰਾ, ਤੇਰੇ ਜਾਣ ਤੋਂ ਮਗਰੋਂ ਮਾਂ ਮੈਨੂੰ ਜਾਪੇ ਜਗ ਹਨੇਰਾ, ਤੇਰੇ ਜਾਣ ਤੋਂ ਮਗਰੋਂ ਮਾਂ ਮੈਨੂੰ ਜਾਪੇ ਜਗ ਹਨੇਰਾ। ਤੂੰ ਤਾਂ ਤੁਰ ਗਈ ਅਮੜੀਏ ਨੀ, ਹੁਣ ਜੀ ਨੀ ਲੱਗਦਾ ਮੇਰਾ,
तू तां तुर गई अमड़िए नी हुण जी नहीं लगदा मेरा अमड़िए नी हुण जी नहीं लगदा मेरा तुर गई अमड़िए नी हुण जी नहीं लगदा मेरा तुर गई अमड़िए नी हुण जी नहीं लगदा मेरा तुर गई अमड़िए नी हुण जी नहीं लगदा मेरा तू तां तुर गई अमड़िए नी हुण चित नहीं लगदा मेरा किथे तुर गई अमड़िए नी हुण चित नहीं लगदा मेरा तुर गई अमड़िए नी हुण जी नहीं लगदा मेरा तुर गई अमड़िए नी हुण जी नहीं लगदा मेरा तुर गई अमड़िए नी हुण जी नहीं लगदा मेरा तुर गई अमड़िए नी हुण जी नहीं लगदा मेरा मावा होंदियां ने ठंडियां शामां बई ओ मावा होंदियां ने ठंडियां शामां भाई मावा ठंडियां शामां शामां कौन करे। वो शामां जदों तुरदियां ने वो ठंडियां शामां मावां कहंदियां कलगी वाले पातशाह कित्थे ने राज दुलारे। कलगी वाले पातशाह ने जवाब दिता कहंदे सुंदर कौर भाणे नूं मन्नणा है, गुरां ते शंका नहीं करनी। वो तां नेक कमाइयां कर गए, वो तां निक्कियां जिंदां बड़े साके कर गए, वो तां दस गए भी सच की हुंदा ते झूठ की हुंदा, नतारा कर गए। वो तां दादे कोले पहुंच गए तुहाडे राज दुलारे। वो तां दादे गुरु तेग बहादुर महाराज दी गोद विच चले गए, वो शरीर करके सदा वास्ते चले गए। किड्डा जिगरा होवेगा माता सुंदर कौर दा पुत्रां दा जाना संसार तो सुन के। ते प्यारिओ ये परिवार दे विच जिहड़े आपां थिंद परिवार विच बैठे आ, माता अजमेर कौर दे नाल भी ये घटना वापरी। जदों गुरमुखो पोतरे दा जन्म होया घर विच, मैनूं दस्सिया सरदार गुरनाम सिंह ने, कहंदे बाबा जी अज 14 साल दा हो जाना सी। अज गल्लां सांझियां होईयां। आया सी बस उम्र नहीं वड्डी लैके आया, कहंदा मेरे हत्थां दे उत्ते सवास पूरे हो गए। माता अजमेर कौर ने हत्थां ते लिया पोतरे नूं ते प्यारिओ वाहिगुरू दे घरों लंमी उम्र नहीं लैके आया, पर हत्थां दे विच ही तुर गया। वो किड्डा वड्डा दुख हुंदा है, बहुत वड्डा दुख हुंदा है, पर जोर कोई नहीं वाहिगुरू अगे। भाणे नूं सीस झुकाउणे पैंदे ने प्यारिओ। सो इसे तरह माता जियां नूं फिर आख्या भाणे नूं मन्नो, सब नूं भाणा मनना चाहिदा है। नेक कमाई नेक कर्म उत्तम कर्म करके गए ने, इस चीज़ का माण है। कलगी वाले पातशाह कहंदे सदा माण रहेगा। सो प्यारिओ अज आपां नेक कर्म कर रहे हैं, महाराज ने करवाए ने। आ पिछे वेखो जो अपना अंदोलन चले है, तुहाडे विच पता नहीं किन्ने वो सज्जन बैठे होणगे अणगिणत, जिन्हां ने दिल्ली के बॉर्डरां ते जाके महीना महीना 2-2 महीने 6-6 महीने अपने घरां विचों 10 नौहां दी किरत कमाई दे विचों अपने हक्कां दी खातर अंदोलन दे विच साह शमूलीयत कीती, वो योगदान पाया, हिस्सा पाया, सिरां ते कफन बन के एक इतिहास रचिया। आल वर्ल्ड दे विच ऐसा संघर्ष, ऐसा अंदोलन एक नंबर, ये बराबर अज तक एडा अंदोलन शांतमई। हाँ ठीक है, आप 13 महीने कुछ दिन जिहदे विच 730 या 700 के करीब आले दुआले, जिस विच अपने बच्चे नौजवान बुजुर्ग मावां ते भैणां ने शहादतां दित्तियां, अपने हक्कां दी खातर जूझे, किन्ने घर साध संगत। सो उत्थे फिर वो जित प्राप्त की। वो जित दे विच किड्डा किड्डा योगदान रहा। ऐसे भी लोग
ਜਿਹੜੇ ਆਪਣੇ 10-10 ਲੱਖ ਦੇ ट्रैक्टर ट्रालियां उत्थे जाके कमरे बनाते, AC लाते। ते एक चीज़ सिद्ध कर दिती, तुसी भावें अमृत छकिया भावें नहीं छकिया, एक चीज़ सिद्ध हो गई। गुरमुखो, गुरु नानक देव साहब की दसी सिक्ख्या अज भी साडे हिरदे दे विच है, अज भी साडे खून दे विच है, ब्लड दे विच है। की सिद्ध कीता भला उत्थे? अज जिस दिन वापसी कीती ना दिल्ली बॉर्डर तो, उन्हां दिनां दीयां घटनावां ने तुसीं सारिआं ने बड़े शौक नालों जिहड़े सोशल मीडिया ते फेसबुक ते आडियो वीडियो वेखियां ने। जदों उत्थों पंजाब ते बाकी दे सूबे वापस मुड़े, गुरमुखो पंजाबी तां जे ट्रेन दे विच बैठ गया ना, ट्रेन दे विच 5 घंटे सफ़र कर लवे, 5 घंटे सफ़र कर लिया, पंजाबी ने नाल वाले दे दिल विच जगह बना ली। इहनूं ऐसी बख्शिश है महाराज दी। किते 2-4 दिन हस्पताल विच रहना पै जांदा है, उत्थे भी ये रिश्तेदारां तो वध प्यार बना लैंदा, क्योंकि गुरु नानक देव साहब दी जिहड़ी सानूं सोच दित्ती है ना, अमृत छकना वो गल वखरी है, पर वो सोच साडी जमीर दे विच है। पंजाबी दे विच एक बहुत वड्डी गल है, किहड़ी? जदों ये भोजन छकदा, भावें ट्रेन च बैठा है, भावें किते बस अड्डे बैठा है, भावें हस्पताल बैठा है, ये चाह के भी जे दे सामने कोई बंदा बैठा है कला नहीं छक सकता। पहला कहंदा भाई साहब तुसी भोजन छको, आखो सतनाम श्री वाहिगुरू। गुरु नानक देव साहब की सोच वंड के छकना, ते उत्थे दिल्ली बॉर्डर ते फिर वंड के छकिया। उत्थे झुग्गियां झोंपड़ियां विच रहण वाले लोग, उन्हां नूं आटा दालां हर तरह की सहायता जदों पंजाबियों ने कीती गुरमुखो, ते उत्थे फिर दिलां नूं जित लिया उन्हां दिआं नूं। जदों तुरे ना पंजाबी, फिर उत्थों इहनूं दास इउं पढ़दा, सुणो प्रेम नाल। जदों संगतां पंजाब वल चलियां, 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 पप्पा मार के दिल्ली दे लोग रोए, 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 मार के दिल्ली दे लोग रोए, पप्पा मार के दिल्ली दे लोग रोए। क्यों गुरमुखो, ऐसा प्यार साल दे विच ना परिवारां तो वध के प्यार, उत्थे नौजवान बच्चे बच्चियां बजुर्गां दे गल लग लग के रोए, बापू छड्ड के ना जाओ। कईयां ने तां गुरमुखो कईयां नूं नाल ही लिआंदा, इत्थे पंजाब दे विच लिआ के सत्कार कीता, अपने घरां विच लिआए। ऐसा दस दित्ता ओ साडे रगां दे विच कलगीधर महाराज दी सिੱਖਿਆ है, गुरु नानक देव साहब दी सिੱਖਿਆ। ਉਹਨੂੰ ਕੀ ਕਹਿੰਦੇ ਨੇ? प्रेम प्यार। ਉਹ जाके उत्थे दस्सिया ते जित प्राप्त की। गुरमुखो किसानी संघर्ष की जिहड़ी जित है, जिहड़ा जिहड़ा योगदान यूथ ने, नौजवानों ने, माइयां ने, भाइयां ने, बजुर्गां ने जो भी कीता, साथ सबनूं बधाई होवे। अगे तो जागदे रहो, जागदे नूं कोई लुट नहीं सकता, सुत्ता पिया लुटण तो बच नहीं सकता। सौना नहीं, एके विच बरकत है, एके दा सबूत दिओ। इसे तरह जागदे रहना। ते दिल्ली तो जदों नौजवान फिर बजुर्ग साडे चले वापस,
ਤਾਂ ਫਿਰ ਉੱਥੇ ਬਾਰਡਰ ਤੇ ਕੀ ਕਰਕੇ ਆਏ ਤੇ ਆ ਕਹਿ ਕੇ ਆਪਾਂ ਖਿਮਾਂ ਦੇ ਜਾਚਕ ਕਿਉਂਕਿ ਸੂਈ ਨਹੀਂ ਖੜਦੀ ਸਮਾਂ ਥੋੜਾ ਤੇ ਭਾਈ ਕੀ ਕਿਹਾ ਤੇ ਉੱਥੋਂ ਨਾਲੇ ਖੁਸ਼ੀਆਂ ਤੇ ਨਾਲੇ ਵਾਪਸ ਆ ਰਹੇ ਨੇ ਟਰੈਕਟਰ ਟਰਾਲੀਆਂ ਗੱਡੀਆਂ ਲੈ ਕੇ ਵੱਡਾ ਸੰਘਰਸ਼ ਤੇ ਵੱਡੀ ਇੱਕ ਜਿੱਤ ਪ੍ਰਾਪਤ ਕਰਕੇ ਕੀ ਕਹਿੰਦੇ ਆਏ ਸਭ ਨੂੰ ਵਧਾਈਆਂ ਹੁਣ ਤੈਨੂੰ ਦਿੱਲੀਏ ਨੀ ਜਿੱਤ ਕੇ ਕਿਸਾਨ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਕਿਸਾਨ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਕਿਸਾਨ ਚੱਲਿਆ ਦਿੱਲੀਏ ਨੀ ਜਿੱਤ ਕੇ ਕਿਸਾਨ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਕਿਸਾਨ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਕਿਸਾਨ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ ਹਿੱਕ ਉੱਤੇ ਲਿਖ ਜਿੰਦਾਬਾਦ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਕਿਸਾਨ ਚੱਲਿਆ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਉੱਤੇ ਲਿਖ ਜਿੰਦਾਬਾਦ ਚੱਲਿਆ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਮੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਕਿਸਾਨ ਚੱਲਿਆ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਕਿਸਾਨ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲਿਆ ਪੰਜਾਬ ਚੱਲਿਆ ਤੈਨੂੰ ਦਿੱਲੀਏ ਨੀ ਜਿੱਤ ਕੇ ਕਿਸਾਨ ਚੱਲਿਆ ਸਮਾਂ ਨਹੀਂ ਮੇਰੇ ਕੋਲੇ ਪੜ੍ਹਦੇ ਹੁੰਨੇ ਆ ਲੱਖਾਂ ਦੁੱਖੜੇ ਸਰੀਰ ਉੱਤੇ ਝੱਲ ਕੇ ਉਹ ਜਿੱਤ ਗਏ ਕਿਸਾਨ ਵੀਰਿਓ ਸੌਖਾ ਨਹੀਂ ਸੀ ਘਰਾਂ ਦੇ ਕੰਮ ਛੱਡਣੇ ਤੇ ਇੱਕ ਪਾਸੇ ਹਥਿਆਰਬੰਦ ਹਕੂਮਤ ਜਿਨ੍ਹਾਂ ਦਾ ਹੁਕਮ ਚੱਲਦਾ ਹੈ ਇੱਕ ਪਾਸੇ ਜਵਾਨੀ ਹੈ ਤੇ ਜੋਸ਼ ਹੈ ਹੱਕਾਂ ਦੀ ਖਾਤਰ ਸੰਘਰਸ਼ ਤੇ ਸਾਧ ਸੰਗਤ ਵਾਹਿਗੁਰੂ ਨੇ ਕਿਰਪਾ ਕੀਤੀ ਇਸੇ ਤਰ੍ਹਾਂ ਜਿੱਤਦੇ ਰਹੀਏ ਇਸੇ ਤਰ੍ਹਾਂ ਏਕਾ ਬਣਾ ਕੇ ਰੱਖੀਏ ਇਸੇ ਤਰ੍ਹਾਂ ਜਾਗਦੇ ਰਹੀਏ ਨਸ਼ਿਆਂ ਤੋਂ ਬਚੋ ਨਸ਼ੇ ਨਹੀਂ ਕਰਨੇ ਮਾਪਿਆਂ ਦੇ ਕੱਲੇ ਕੱਲੇ ਜਵਾਕ ਨੇ ਅੱਜ ਕੱਲ ਇੱਕ ਵਾਰੀ ਨਸ਼ੇ ਵਿੱਚ ਡਿੱਗ ਗਿਆ ਮੁੜ ਕੇ ਘਰ ਬਰਬਾਦ ਹੋ ਜਾਂਦਾ ਮਾਵਾਂ ਰੋਂਦੀਆਂ ਨਹੀਂ ਝੱਲੀਆਂ ਜਾਂਦੀਆਂ ਨਸ਼ਾ ਨਹੀਂ ਕਰਨਾ ਜੇ ਕੋਈ ਬੱਚਾ ਕਰ ਰਿਹਾ ਨਸ਼ਾ ਉਹ ਛੱਡ ਦਿਓ ਗੁਰੂ ਦੀ ਹਜ਼ੂਰੀ ਵਿੱਚ ਅੱਜ ਮਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਇਹ ਛੱਡ ਦਿਓ ਨਸ਼ਿਆਂ ਵਿੱਚ ਕੁਝ ਨਹੀਂ ਰੱਖਿਆ ਪਿਆ ਸੋ ਸਭ ਨੂੰ ਪਿਆਰ ਕਰੋ ਸਭ ਦਾ ਸਤਿਕਾਰ ਕਰੋ ਮਾਵਾਂ ਦਾ ਸਤਿਕਾਰ ਕਰੋ ਪਿਓਾਂ ਦਾ ਸਤਿਕਾਰ ਕਰੋ ਬੱਚਿਆਂ ਨੂੰ ਪਿਆਰ ਕਰੋ ਸੌਖੀ ਜੀ ਤੇ ਸੋਹਣੀ ਜੀ ਜ਼ਿੰਦਗੀ ਲੰਘਾਈਏ ਇਹ ਫੇਰ ਹੀ ਇਹ ਲੇਖੇ ਵਿੱਚ ਪੈਣ ਵਾਲੀ ਗੱਲ ਹੁੰਦੀ ਹੈ ਖੰਡੇ ਕੀ ਪਹੁਲ ਲੈ ਕੇ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਬਾਣੀ ਬਾਣੇ ਨੂੰ ਪਿਆਰ ਕਰੋ ਆਪਣੀ ਧਰਮ ਦੀ ਕਿਰਤ ਕਰੋ ਇਹ ਬੇਨਤੀਆਂ ਕਰੋ ਪ੍ਰਵਾਨ ਤੇ ਆਓ ਆਪਾਂ ਰਲ ਕੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਮਾਤਾ ਅਜਮੇਰ ਕੌਰ ਜੀਆਂ ਨੂੰ ਉਹਨਾਂ ਦੀ ਰੂਹ ਨੂੰ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ ਤੇ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸਤਿਗੁਰ ਜੀ ਸਾਰੇ ਪਰਿਵਾਰ ਦੇ ਵਿੱਚ ਸੁੱਖ ਵਰਤਾਉਣੀ ਮਾਤਾ ਜੀ ਦੀ ਜਿਹੜੀ ਉਮਰ ਸੀ ਅਜੇ ਉਹਨਾਂ ਦੇ ਜਾਣ ਦੀ ਉਮਰ ਹੈ ਨਹੀਂ ਸੀ ਪਰ ਵਾਹਿਗੁਰੂ ਦੇ ਕਰੋ ਜਦੋਂ ਸੱਦਾ ਆ ਜਾਵੇ ਤਾਂ ਫਿਰ ਜਾਣਾ ਪੈਂਦਾ ਜਿਸ ਕੀ ਪੁੱਜੈ ਔਦ ਤਿਸੈ ਕੌਣ ਰਾਖਈ ਵੈਦਕ